ਕੁੜੀ ਪੁੱਛਦੀ ਹੈ ਆਪਣੇ ਹਸਬੈਂਡ ਨੂੰ, ਕਹਿੰਦੀ ਵੀ ਤੁਸੀਂ ਵੀ ਮੇਰੇ ਭਰਾ ਦਾ ਵਿਆਹ ਹੈ ਤੇ ਤੁਸੀਂ ਮੇਰੀ ਭਾਬੀ ਨੂੰ ਕੀ ਪਾਓਗੇ? ਕਹਿੰਦਾ ਮੈਂ ਜੱਫੀਆਂ ਪਾਵਾਂਗਾ। ਤੇ ਉਹ ਕਹਿੰਦੀ ਉਹ ਨਹੀਂ ਤੁਸੀਂ ਮਜ਼ਾਕ ਕਰੀ ਜਾਂਦੇ ਹੋ, ਸੱਚੀ ਸੱਚੀ ਦੱਸੋ। ਅੱਛਾ ਤੁਸੀਂ ਦੱਸੋ ਮੈਂ ਕੀ ਪਾਵਾਂ, ਮੈਂ ਮਨੀਸ਼ ਮਲਹੋਤਰਾ ਪਾਵਾਂ? ਕਹਿੰਦਾ ਨਾ ਭਲੀ ਮਾਨਸੇ, ਤੂੰ ਕਲੇਸ਼ ਪਾ ਜੋ ਤੂੰ ਪਾਨੀ। ਸਮਾਜ ਦਾ ਇੱਕੋ ਬਣਾਇਆ ਹੋਇਆ ਉਹ ਹੈ ਵੀ ਹਸਬੈਂਡ ਵਾਈਫ ਨੇ ਤੁਸੀਂ ਇਕੱਠੇ ਰਹਿਣਾ, ਬਟ ਅਦਰਵਾਈਜ਼ ਜੇ ਤੁਸੀਂ ਦੇਖਿਆ ਜਾਵੇ ਜੇ ਕਿਸੇ ਹਸਬੈਂਡ ਵਾਈਫ ਦੇ ਬੱਚੇ ਨਹੀਂ ਹੈਗੇ, ਦੇ ਰੀਅਲੀ ਡੋਂਟ ਹੈਵ ਐਨੀ ਰਿਲੇਸ਼ਨਸ਼ਿਪ। ਮੈਂ ਗਾਰੰਟੀ ਨਾਲ ਕਹਿ ਸਕਦੀ ਹਾਂ ਵੀ ਇੱਥੇ ਬੈਠੀ ਇੱਕ ਵੀ ਇਹੋ ਜਿਹੀ ਲੇਡੀ ਨਹੀਂ ਜਿਹਦਾ ਕਦੀ ਦਿਲ ਨਾ ਕੀਤਾ ਕਿ ਅੱਜ ਰਾਤੀ ਸੁੱਤਾ ਤਾਂ ਮੈਂ ਗਲਾ ਘੋਟ ਕੇ ਮਾਰਦਾ। ਕਈ ਵਾਰ ਤਾਂ ਦੇਖੋ ਮੈਨੂੰ ਓਨੈਸਟਲੀ ਜਿਹੜੇ ਜੋਕਸ ਨੇ ਬਹੁਤ ਐਕਸਟ੍ਰੀਮ ਵੀ ਲੱਗਦੇ ਆ, ਕਈ ਮੈਨੂੰ ਲੱਗਦਾ ਵੀ ਇੰਨੀ ਜ਼ਿਆਦਾ ਭਿਅੰਕਰ ਸਿਚੁਏਸ਼ਨ ਤੇ ਨਹੀਂ ਹੋਣੀ ਚਾਹੀਦੀ ਜੋਕਸ ਦੇ ਵਿੱਚ ਵੀ। ਰੋਸ਼ਨੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ, ਤੇ ਅੱਜ ਅਸੀਂ ਗੱਲਬਾਤ ਕਰਾਂਗੇ, ਬਹੁਤ ਹੀ ਇੱਕ ਇੰਟਰਸਟਿੰਗ ਟੌਪਿਕ ਹੈ ਕਿ ਜਿਹੜੇ ਜੋਕਸ ਦੀ ਅਸੀਂ ਗੱਲ ਕਰੀਏ ਤੇ ਸਭ ਤੋਂ ਵੱਧ ਜੇ ਕੋਈ ਇੱਕ ਟੌਪਿਕ ਹੈ ਜਿਸ ਦੇ ਦੁਆਲੇ ਜ਼ਿਆਦਾਤਰ ਜੋਕਸ ਮਿਲਣਗੇ, ਉਹਨਾਂ 'ਚ ਮੀਆਂ ਬੀਵੀ ਦਾ ਜਿਹੜਾ ਸੰਬੰਧ ਹੈ ਇਹਦੇ ਬਾਰੇ ਬਹੁਤ ਜੋਕਸ ਨੇ। ਇਹਦਾ ਕਾਰਨ ਕੀ ਹੈ? ਇਹ ਬੜੇ ਸੀਰੀਅਸ ਜਿਹੜੇ ਸਾਈਕੋ ਅਨਾਲਿਸਿਸ ਦੀ ਅਤੇ ਸਟੱਡੀ ਦੀ ਮੰਗ ਕਰਦਾ, ਅਤੇ ਉਹ 'ਤੇ ਜਿਹੜੇ ਐਕਸਪਰਟ ਨੇ ਉਹ ਕਰ ਸਕਦੇ ਨੇ, ਪਰ ਅਸੀਂ ਇਹਨਾਂ ਬਾਰੇ ਹਲਕੀ ਫੁਲਕੀ ਗੱਲ ਕਰਾਂਗੇ ਕਿ ਇਹ ਜੋਕਸ ਕਿੱਥੋਂ ਪੈਦਾ ਹੁੰਦੇ ਨੇ। ਅਤੇ ਇਹਦੇ ਇਸ ਗੱਲਬਾਤ 'ਚ ਸਾਡੀ ਹੈਲਪ ਕਰਨ ਲਈ ਸਾਡੇ ਨਾਲ ਚੇਤਨਾ ਚੌਹਾਨ ਨੇ, ਅਤੇ ਬੜੇ ਇਹ ਸੀਰੀਅਸ ਕੌਮੈਂਟ ਕਰਦੇ ਨੇ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਇਸ਼ੂਜ਼ ਨੇ, ਬਿਹੇਵੀਅਰਲ ਇਸ਼ੂਜ਼ ਨੇ। ਅਤੇ ਚੇਤਨਾ ਬਹੁਤ ਬਹੁਤ ਤੁਹਾਡਾ ਸਵਾਗਤ, ਥੈਂਕ ਯੂ। ਸਤਿ ਸ਼੍ਰੀ ਅਕਾਲ ਸ਼ਮੀਰ ਜੀ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਅਤੇ ਇਹ ਜਿਹੜਾ ਟੌਪਿਕ ਹੈ, ਇੱਕ ਨਾ ਮੈਂ ਕਿਸੇ ਤੋਂ ਜੋਕਸ ਦੀ ਗੱਲ ਤਾਂ ਆਪਾਂ ਕਰਦੇ ਹਾਂ, ਕੋਈ ਦੱਸ ਰਿਹਾ ਸੀਗਾ ਕਿ ਜਿੱਥੇ ਜਿਹੜੀਆਂ ਨਾ ਸਪਰੈਸ਼ਨ ਹੁੰਦਾ, ਜਿੱਥੇ ਕੋਈ ਡਿਕਟੇਟਰਸ਼ਿਪ ਹੁੰਦੀ ਹੈ ਕਿਸੇ ਮੁਲਕ 'ਚ, ਲੋਕਾਂ ਨੂੰ ਫਰੀਡਮ ਨਹੀਂ ਹੁੰਦੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਨਹੀਂ ਹੁੰਦੀ, ਉੱਥੇ ਲੋਕ ਆਪਣੀ ਭੜਾਸ ਜੋਕਸ ਅਤੇ ਜਿਹੜੇ ਹੋਰ ਮਜ਼ਾਕ ਹੈ ਉਹਦੇ ਰਾਹੀਂ ਕੱਢਦੇ ਆ। ਅਤੇ ਜਦੋਂ ਪਾਕਿਸਤਾਨ 'ਚ ਮਾਰਸ਼ਲ ਲਾਅ ਹੁੰਦਾ ਸੀ, ਫੌਜੀ ਰਾਜ ਸੀ, ਉਹਨਾਂ ਦਿਨਾਂ 'ਚ ਉੱਥੋਂ ਇੱਕ ਪੋਇਟ ਸੀ, ਉਹਦੀਆਂ 2 ਲਾਈਨਾਂ ਬਹੁਤ ਮਸ਼ਹੂਰ ਹੋਈਆਂ ਸੀ, ਅਤੇ ਉਹ ਸੀ ਕਹਿੰਦਾ ਕਿ ਵੀ ਸਾਡੇ ਦੇਸ਼ 'ਚ ਮੌਜਾਂ ਹੀ ਮੌਜਾਂ, ਸਾਡੇ ਦੇਸ਼ 'ਚ ਮੌਜਾਂ ਹੀ ਮੌਜਾਂ, ਜਿੱਧਰ ਦੇਖੋ ਫੌਜਾਂ ਹੀ ਫੌਜਾਂ। ਅਰੇ ਵਾਹ। ਉਹਨੇ ਆਪਣੀਆਂ 2 ਲਾਈਨਾਂ ਰਾਹੀਂ ਸਾਰੀ ਗੱਲ ਕਹਿ ਦਿੱਤੀ। ਇਹ ਜਿਹੜੇ ਜੋਕਸ ਨੇ ਮੀਆਂ ਬੀਵੀ ਬਾਰੇ ਬਣੇ ਹੋਏ, ਇਹ ਜੋਕਸ ਇਸੇ ਕਰਕੇ ਤਾਂ ਨਹੀਂ ਬਣੇ ਹੋਏ ਵੀ ਉੱਥੇ ਮਾਰਸ਼ਲ ਲਾਅ ਲੱਗਿਆ ਹੁੰਦਾ। ਦੇਖੋ ਮਾਰਸ਼ਲ ਲਾਅ ਤੇ ਉਸ ਦਿਨ ਲੱਗ ਜਾਂਦਾ ਹੈ ਜਿਸ ਦਿਨ ਤੁਹਾਡਾ ਵਿਆਹ ਹੁੰਦਾ ਹੈ ਨਾ, ਉਸ ਦਿਨ ਮਾਰਸ਼ਲ ਲਾਅ ਲੱਗ ਜਾਂਦਾ ਵੀ ਦੇਖੋ ਜੀ ਹੁਣ ਇਹੀ ਤੁਹਾਡਾ ਲਾਈਫ ਪਾਰਟਨਰ, ਖਾਣਾ ਪੀਣਾ ਰਹਿਣਾ ਸਹਿਣਾ ਸੁੱਖ ਦੁੱਖ ਸਾਰਾ ਇਹਦੇ ਨਾਲ ਹੀ ਹੈ। ਦੇਖੋ ਇਸ ਤੋਂ ਜ਼ਿਆਦਾ ਮਾਰਸ਼ਲ ਲਾਅ ਕੀ ਹੋ ਸਕਦਾ ਵੀ ਯੂ ਆਰ ਰਿਸਟ੍ਰਿਕਟਿਡ, ਵੀ ਤੁਸੀਂ ਆਪਣੀ ਲਾਈਫ ਪੂਰੀ ਦੀ ਪੂਰੀ ਸਿਰਫ ਇੱਕ ਇਨਸਾਨ ਨਾਲ ਸ਼ੇਅਰ ਕਰਨੀ ਹੈ। ਔਰ ਨਜ਼ਰੀਆ ਹੈ, ਮਤਲਬ ਆਪਾਂ ਕਈ ਵਾਰੀ ਕਹਿ ਦਿੰਦੇ ਜੀ 7 ਜਨਮ ਦਾ ਰਿਸ਼ਤਾ ਹੈ, ਅਤੇ ਕਈ ਵਾਰੀ ਕਹਿੰਦੇ ਇਹ ਜਨਮ ਨਹੀਂ ਨਿਭਾਇਆ ਜਾ ਰਿਹਾ। ਹਾਊਐਵਰ ਆਈ ਆਲਸੋ ਹੈਵ ਅਨਦਰ ਪਰਸਪੈਕਟਿਵ। ਮੈਨੂੰ ਇਹ ਲੱਗਦਾ ਵੀ ਜਿਹੜੇ ਰਿਲੇਸ਼ਨਸ਼ਿਪ 'ਚ ਆਪਾਂ ਸਭ ਤੋਂ ਜ਼ਿਆਦਾ ਕੰਫਰਟੇਬਲ ਹੁੰਦੇ ਹਾਂ ਨਾ, ਉਸ ਰਿਸ਼ਤੇ ਦਾ ਆਪਾਂ ਜਿੰਨਾ ਮਰਜ਼ੀ ਮਜ਼ਾਕ ਬਣਾ ਲਈਏ, ਉਹ ਵੀ ਇੱਕ ਇਟਸ ਅ ਸਾਈਨ ਕਿ ਉਹ ਇੰਨਾ ਪੱਕਾ ਵੀ ਉਹ ਜੋਕਸ ਨਾਲ ਨਹੀਂ ਟੁੱਟਦਾ। ਹਾਂ, ਉਹ ਜੋਕਸ ਨਾਲ ਇੱਕ ਦੂਸਰੇ ਦੀ ਬੇਇੱਜ਼ਤੀ ਕਰਨ ਨਾਲ ਇਹ ਨਹੀਂ ਟੁੱਟਣ ਲੱਗਾ। ਸੋ ਹਾਂ, ਦੋਵੇਂ ਗੱਲਾਂ ਠੀਕ ਨੇ ਤੁਹਾਡੀਆਂ। ਸਪਰੈਸ਼ਨ ਵੀ ਹੋ ਸਕਦਾ ਤੇ ਬੋਲਣ ਦੀ ਆਜ਼ਾਦੀ ਨਹੀਂ ਹੈ, ਮਤਲਬ। ਬਿਲਕੁਲ ਨਹੀਂ, ਔਰ ਹੁੰਦਾ ਵੀ ਹੈ। ਤੁਸੀਂ ਦੇਖੋ ਹੁਣ ਸਾਡੀ ਜਨਰੇਸ਼ਨ ਦੀ ਕੁੜੀਆਂ ਦੀ ਤੇ ਠੀਕ ਹੈ, ਵੀ ਹੈਵ ਐਕਸਪ੍ਰੈਸ਼ਨ, ਆਪਾਂ ਗੱਲ ਕਰ ਸਕਦੇ ਹਾਂ, ਬਟ ਗੱਲ ਕਰੀਏ ਤੇ ਆਪਣੀਆਂ ਨਾਨੀਆਂ ਦਾਦੀਆਂ ਉਸ ਤੋਂ ਵੀ ਪਿੱਛੇ ਚਲੇ ਜਾਓ ਤੇ ਉਹ ਆਪਣੇ ਫੈਮਿਲੀ ਦੇ ਬੰਦਿਆਂ ਸਾਹਮਣੇ ਉਂਝ ਥੋੜ੍ਹੀ ਮੂੰਹ ਖੋਲ ਸਕਦੀਆਂ ਸੀ, ਤੇ ਫਿਰ ਤੇ ਉਹ ਬੋਲੀਆਂ ਦੇ ਵਿੱਚ ਮਜ਼ਾਕ ਬਣਾਉਂਦੀਆਂ ਸੀ। ਪਰ ਇਹਦੇ ਵਿੱਚ ਦੂਸਰੀ ਚੀਜ਼ ਇਹ ਦੇਖੀ ਗਈ ਹੈ, ਜਿਹੜੇ ਜੋਕ ਪੁਰਾਣੇ ਸਮਾਜ 'ਚੋਂ ਹੁਣ ਕਾਫੀ ਦੇਰ ਤੋਂ ਚੱਲੇ ਆਏ ਤੇ ਹੈ ਨਹੀਂ ਕਿ ਅੱਜ ਦੇ। ਹਾਂਜੀ ਜ਼ਿਆਦਾਤਰ ਜੋਕਸ ਬੰਦਿਆਂ ਨੇ ਬਣਾਏ ਹੋਏ ਨੇ ਤੇ ਬੰਦਿਆਂ ਦੇ ਪੱਖ ਤੋਂ ਨੇ। ਨਹੀਂ, ਹੁਣ ਤੇ ਲੇਡੀਜ਼ ਦੇ ਪੱਖ ਤੋਂ ਵੀ ਬਹੁਤ ਜੋਕਸ ਹੈਗੇ ਆ, ਹੁਣ ਤੇ ਆਉਣ ਲੱਗ ਗਿਆ ਬਹੁਤ ਜੋਕਸ। ਪਰ ਉਹੀ ਹੈ ਕਿ ਪਹਿਲੇ ਤਾਂ ਐਕਸਪ੍ਰੈਸ਼ਨ ਨਹੀਂ ਸੀ ਨਾ, ਮਤਲਬ ਆਈ ਐਮ ਨਾਟ ਪ੍ਰਾਊਡ ਟੂ ਸੇ ਦੈਟ, ਪਰ ਪਹਿਲੇ ਤੇ ਵਿਚਾਰੀ ਮੂੰਹ ਖੋਲਦੀ ਸੀ ਕੁੱਟੀ ਜਾਂਦੀ ਸੀਗੀ, ਹੈ ਨਾ। ਤੇ ਹੁਣ ਐਵੇਂ ਵੀ ਹੁਣ ਓਨਾ ਐਕਸਟ੍ਰੀਮ ਨਹੀਂ ਹੋ ਗਿਆ, ਤੇ ਹੁਣ ਮੈਂ ਕਹਾਂਗੀ ਵੀ ਕੁੜੀਆਂ ਨੂੰ ਵੀ ਆਜ਼ਾਦੀ ਮਿਲ ਗਈ ਹੈ ਵੀ ਆਪਣੇ ਦਿਲ ਦੀ ਗੱਲ ਬੋਲਣ, ਤੇ ਹੁਣ ਕੁੜੀਆਂ ਵੀ ਹੁਣ ਆਪਣੇ ਜੋਕਸ ਬਣਾਉਂਦੀਆਂ ਨੇ। ਬਿਲਕੁਲ ਜੀ, ਬਿਲਕੁਲ। ਤੁਸੀਂ ਸੋਸ਼ਲ ਮੀਡੀਆ ਖੋਲ ਲਓ, ਘੱਟ ਤੋਂ ਘੱਟ ਤੁਹਾਨੂੰ 100 ਚੈਨਲ ਇਹੋ ਜਿਹੇ ਮਿਲ ਜਾਣਗੇ ਜਿਹੜੇ ਸਿਰਫ ਹਸਬੈਂਡ ਵਾਈਫ ਜੋਕਸ ਤੇ ਚੱਲ ਰਹੇ ਅੱਜ ਦੀ ਡੇਟ ਦੇ ਵਿੱਚ। ਮਤਲਬ ਇਹ ਵੀ ਅੱਛੀ ਖਾਸੀ ਇੰਡਸਟਰੀ ਹੈ। ਆਸਕ ਮੀ ਅਬਾਊਟ ਇਟ। ਮੈਂ ਤਿੰਨ ਚਾਰ ਤੇ ਬਹੁਤ ਅੱਛੇ ਕੰਟੈਂਟ ਕ੍ਰੀਏਟਰ ਜਿਨ੍ਹਾਂ ਨੂੰ ਮੈਂ ਫੋਲੋ ਕਰਦੀ ਹਾਂ ਇੰਸਟਾਗ੍ਰਾਮ ਤੇ। ਅੱਛਾ।
ਤੇ ਮੈਂ ਹੁਣੇ ਤੁਹਾਨੂੰ ਜਿਹੜਾ ਜੋਕ ਵੀ ਸ਼ੇਅਰ ਕਰੀ ਸੀ। ਇਨਫੈਕਟ ਅਸੀਂ ਦਸੰਬਰ ਦੇ ਵਿੱਚ ਮੇਰੇ ਬ੍ਰਦਰ ਦਾ ਵਿਆਹ ਹੈ ਤੇ ਅਸੀਂ ਉੱਥੇ ਜਾਣਾ ਸੀ। ਸਾਡੇ ਘਰ ਅੱਜ ਕੱਲ੍ਹ ਉਹੀ ਡਿਸਕਸ਼ਨ ਚੱਲ ਰਹੀ ਹੈ ਵੀ ਕੀ ਪਾਣਾ ਕੀ ਲਾਣਾ, ਤੇ ਉਹ ਜੋਕ ਆ ਗਿਆ। ਤੇ ਉਹ ਮੁੰਡਾ ਕਹਿੰਦਾ ਹੈ ਕਿ ਕੁੜੀ ਪੁੱਛਦੀ ਹੈ ਆਪਣੇ ਹਸਬੈਂਡ ਨੂੰ, ਕਹਿੰਦੀ ਵੀ ਤੁਸੀਂ ਵੀ ਮੇਰੇ ਭਰਾ ਦਾ ਵਿਆਹ ਹੈ ਤੇ ਤੁਸੀਂ ਮੇਰੀ ਭਾਬੀ ਨੂੰ ਕੀ ਪਾਓਗੇ? ਕਹਿੰਦਾ ਮੈਂ ਜੱਫੀਆਂ ਪਾਵਾਂਗਾ। ਤੇ ਉਹ ਕਹਿੰਦੀ ਉਹ ਨਹੀਂ ਤੁਸੀਂ ਮਜ਼ਾਕ ਕਰੀ ਜਾਂਦੇ ਹੋ, ਸੱਚੀ ਸੱਚੀ ਦੱਸੋ। ਅੱਛਾ ਤੁਸੀਂ ਦੱਸੋ ਮੈਂ ਕੀ ਪਾਵਾਂ? ਮੈਂ ਮਨੀਸ਼ ਮਲਹੋਤਰਾ ਪਾਵਾਂ? ਕਹਿੰਦਾ ਨਾ ਭਲੀ ਮਾਨਸੇ, ਤੂੰ ਕਲੇਸ਼ ਪਾ ਜੋ ਤੂੰ ਪਾਨੀ। ਸੋ ਇਹ ਜਿਹੜਾ ਕੀ ਕਹਿੰਦੇ ਆ ਇੱਕ ਹਾਸੇ ਵਾਲਾ ਗਿਵ ਐਂਡ ਟੇਕ ਆਫ ਥਾਟਸ ਹੈ ਵੀ ਉਂਝ ਤੁਸੀਂ ਉਂਝ ਭਾਵੇਂ ਤੁਸੀਂ ਆਪਣੀ ਵਾਈਫ ਨੂੰ ਜਾਂ ਤੁਸੀਂ ਆਪਣੇ ਹਸਬੈਂਡ ਨੂੰ ਨਹੀਂ ਕਹਿ ਸਕਦੇ ਵੀ ਤੂੰ 24 ਘੰਟੇ ਕਲੇਸ਼ ਪਾ ਕੇ ਰੱਖਿਆ, ਤੁਸੀਂ ਮਜ਼ਾਕ 'ਚ ਕਹਿ ਦਿੱਤਾ। ਮੇ ਬੀ ਦੇ ਗੈਟ ਅ ਮੈਸੇਜ, ਮੇ ਬੀ ਦੇ ਗੈਟ ਮਤਲਬ ਇੱਕ ਸਟਲ ਸਟ੍ਰੈਟਜੀ ਹੈ ਇਹ ਦਿਲ ਦੀ ਭੜਾਸ ਕੱਢਣ ਦੀ ਤੇ ਆਪਣਾ ਮੈਸੇਜ ਸ਼ੇਅਰ ਕਰਨ ਦੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਪਰ ਇਹਦੇ 'ਚ ਫਿਰ ਨਾਲ ਇਹ ਵੀ ਤੇ ਆਉਂਦਾ ਨਾ ਇੱਕ ਚੀਜ਼ ਕਿ ਇਹ ਜਿਹੜਾ ਇਹ ਰਿਸ਼ਤਾ ਇਹ ਇੱਕ ਕਿਸਮ ਦਾ ਬਹੁਤ ਇੰਪੋਰਟੈਂਟ। ਬਿਲਕੁਲ ਬਿਲਕੁਲ। ਤੇ ਜੇ ਇਹ ਸਾਰਾ ਕੁਛ ਆ ਰਿਹਾ ਦਾ ਮਤਲਬ ਹੈ ਵੀ ਇਹਦੇ 'ਚ ਤਣਾਅ ਵੀ ਬਹੁਤ ਜ਼ਿਆਦਾ। ਹਾਂ ਆਫ ਕੋਰਸ ਸ਼ਮੀਲ ਜੀ, ਤੁਸੀਂ ਦੇਖੋ ਹੈ ਹੀ ਨਾ, ਸਟ੍ਰੈਸ ਤੇ ਹੈ ਹੀ ਇਹਦੇ। ਸ਼ਮੀਲ ਜੀ ਤੁਸੀਂ ਦੇਖੋ, ਭਾਵੇਂ ਆਪਣੀ ਫੈਮਿਲੀਜ਼ ਦਾ ਧਿਆਨ ਰੱਖਣਾ ਹੈ, ਭਾਵੇਂ ਫਾਈਨੈਂਸਿਸ ਹੈਂਡਲ ਕਰਨੇ ਹੈ, ਭਾਵੇਂ ਰੋਜ਼ਮर्रा ਦੀ ਜਿਹੜੀ ਚਿਕ ਚੱਲ ਰਹੀ ਹੈ। ਹੁਣੇ ਤਾਂ ਮੈਂ ਹਲੇ ਆਈ ਹਾਂ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲੇ, ਉਹਨਾਂ ਦੀ ਅੱਧੀਆਂ ਚੀਜ਼ਾਂ ਹੈਗੀਆਂ ਨੇ ਮੀ ਐਂਡ ਮਾਈ ਹਸਬੈਂਡ ਅਸੀਂ ਇੱਕ ਦੂਜੇ ਨੂੰ ਕਹਿ ਰਹੇ ਹਾਂ ਤੂੰ ਇਹ ਨਹੀਂ ਕੀਤਾ, ਤੂੰ ਇਹ ਨਹੀਂ ਕੀਤਾ। ਸੋ ਬਹੁਤ ਤਣਾਅ ਤੇ ਹੈ ਹੀ ਹੈ ਬਿਕੋਜ਼ ਅਸੀਂ ਲਾਈਫ ਇਕੱਠੇ ਹੈਂਡਲ ਕਰ ਰਹੇ ਹਾਂ। ਨਹੀਂ ਜਿੰਨੇ ਵੀ ਰਿਲੇਸ਼ਨਸ਼ਿਪਸ ਨੇ ਜਿਹੜੇ ਇਨਸਾਨ ਦੇ, ਉਹਨਾਂ 'ਚ ਸਭ ਤੋਂ ਵੱਧ ਜੇ ਸਟ੍ਰੈਸ ਹੈ ਕਿਸੇ ਰਿਲੇਸ਼ਨ ਤੇ, ਹਾਂਜੀ ਬਿਲਕੁਲ ਬਿਲਕੁਲ। ਤੁਸੀਂ ਇਹ ਦੇਖੋ ਕਿ ਕਿਸੇ ਖੂਨ ਦਾ ਰਿਸ਼ਤਾ ਨਹੀਂ ਹੈ ਨਾ, ਕਿ ਕੋਈ ਇਹਦੇ ਵਿੱਚ ਮਤਲਬ ਤੁਸੀਂ ਜੇ ਸਮਾਜ ਦਾ ਇੱਕੋ ਬਣਾਇਆ ਹੋਇਆ ਉਹ ਹੈ ਵੀ ਹਸਬੈਂਡ ਵਾਈਫ ਨੇ ਤੁਸੀਂ ਇਕੱਠੇ ਰਹਿਣਾ, ਬਟ ਅਦਰਵਾਈਜ਼ ਜੇ ਤੁਸੀਂ ਦੇਖਿਆ ਜਾਵੇ ਜੇ ਕਿਸੇ ਹਸਬੈਂਡ ਵਾਈਫ ਦੇ ਬੱਚੇ ਨਹੀਂ ਹੈਗੇ, ਦੇ ਰੀਅਲੀ ਡੋਂਟ ਹੈਵ ਐਨੀ ਰਿਲੇਸ਼ਨਸ਼ਿਪ ਹੈ ਨਾ, ਵੀ ਤੁਹਾਡੇ ਪੇਰੈਂਟਸ ਨਾਲ, ਬ੍ਰਦਰ ਸਿਸਟਰ ਨਾਲ, ਤੁਹਾਡੇ ਬੱਚਿਆਂ ਨਾਲ ਇੱਕ ਖੂਨ ਦਾ ਰਿਸ਼ਤਾ ਹੈ ਤੇ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ। ਬਟ ਤੁਸੀਂ ਕਿੰਨੀਆਂ ਚੀਜ਼ਾਂ ਤੇ ਇਕੱਠੀਆਂ ਦੇਖ ਰਹੇ ਹੋ, ਰਾਈਟ? ਤੇ ਫਰੋਮ ਐਵਰੀਥਿੰਗ, ਸਪੈਸ਼ਲੀ ਜੇ ਆਪਾਂ ਇੱਥੇ ਕੈਨੇਡਾ ਦੇ ਵਿੱਚ ਆ ਕੇ ਕਰੀਏ ਗੱਲ, ਤੇ ਕਿੰਨੀ ਸਟਰਗਲਸ ਹਸਬੈਂਡ ਵਾਈਫ ਇਕੱਠੇ ਹੀ ਦੇਖ ਰਹੇ ਹੁੰਦੇ ਆ। ਉਹਨਾਂ ਦੇ ਕਈ ਵਾਰੀ ਉਹਨਾਂ ਦੇ ਮਾਂ ਪਿਓ ਨੂੰ ਉਹਨਾਂ ਦੇ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਵਾਟ ਦੇ ਆਰ ਗੋਇੰਗ ਥਰੂ। ਤੇ ਜਦੋਂ ਇੰਨਾ ਸਾਰਾ ਸਟ੍ਰੈਸ ਹੈ ਤੇ ਥੋੜ੍ਹਾ ਬਹੁਤਾ ਮਜ਼ਾਕ ਕਰਕੇ ਤੇ ਔਰ ਥੋੜ੍ਹਾ ਬਹੁਤਾ ਗੁੱਸਾ ਗਿਲਾ ਤੇ ਹਰ ਰਿਸ਼ਤੇ ਦੇ ਵਿੱਚ ਹੈਗਾ ਵਾ, ਤੇ ਇਹਦੇ ਵਿੱਚ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਅਸਲ 'ਚ ਚੰਗੀ ਇੱਕ ਕਿਸਮ ਦੀ ਜਿਹੜੀ ਸਮਾਜ ਨੇ ਮਤਲਬ ਇੰਨੇ ਸਾਲਾਂ ਤੋਂ ਜਿਹੜੀ ਚੀਜ਼ ਚੱਲੀ ਆ ਰਹੀ ਉਹਨੂੰ ਆਪਣੇ ਨੂੰ ਸਟ੍ਰੈਸ ਨੂੰ ਥੋੜ੍ਹਾ ਜਿਹਾ ਕੱਢਣ ਦੀ ਰਿਲੀਜ਼ ਕਰਨ ਦੇ ਤਰੀਕੇ ਲੱਭੇ ਹੋਏ ਨੇ। ਹਾਂ ਮੈਂ ਤੁਹਾਨੂੰ ਦੱਸਿਆ ਇਨੀਸ਼ੀਅਲੀ ਮੈਂ ਹਸਬੈਂਡ ਵਾਈਫ ਜੋਕਸ ਨੂੰ ਜ਼ਿਆਦਾ ਵਧੀਆ ਨਹੀਂ ਸਮਝਦੀ ਸੀ ਕਿਉਂਕਿ ਮੇਰੀ ਵੀ ਉਹੀ ਸੋਚ ਸੀ ਕਿ ਇਹ ਜ਼ਿਆਦਾਤਰ ਬੰਦਿਆਂ ਦੇ ਪਾਸੋਂ ਆਉਂਦੇ ਆ ਔਰ ਇਹ ਜ਼ਿਆਦਾਤਰ ਕੁੜੀਆਂ ਦੀ ਇਨਸਲਟ ਕਰਨ ਵਾਸਤੇ, ਉਹਨਾਂ ਦੀ ਕਮੀਆਂ ਨੂੰ ਉਹਦਾ ਮਜ਼ਾਕ ਬਣਾਉਣ ਵਾਸਤੇ ਕਰਦੇ ਆ। ਬਟ ਮੈਂ ਆਫ ਲੇਟ ਇਹ ਵੀ ਰਿਅਲਾਈਜ਼ ਕਰ ਰਹੀ ਹਾਂ ਕਿ ਹੁਣ ਈਵਨ ਗਰਲਸ ਆਰ ਗਿਵਿੰਗ ਇਟ ਬੈਕ। ਅੱਛਾ ਜੋਕਸ ਵੀ ਪੂਰੇ ਬਿਲਕੁਲ ਤੁਸੀਂ ਮਤਲਬ ਇਟ ਇਜ਼ ਨਾਟ ਐਜ਼ ਮਚ ਐਜ਼ ਵੀ ਜਿੰਨੇ ਬੰਦੇ ਕਰ ਰਹੇ ਬਟ ਦੇ ਆਰ ਗਿਵਿੰਗ ਇਟ ਬੈਕ। ਸੋ ਮੈਂ ਮਤਲਬ ਆਈ ਥਿੰਕ ਇਟਸ ਇਫ ਇਟਸ ਕਮਿੰਗ ਫਰੋਮ ਬੋਥ ਵੇਜ਼ ਇਟਸ ਫਾਈਨ। ਜੇ ਐਜ਼ ਲੌਂਗ ਐਜ਼ ਸਿਰਫ ਇੱਕ ਜਣੇ ਦੀ ਤੁਸੀਂ ਨਾ ਇਨਸਲਟ ਕਰੀ ਜਾਓ ਤੇ ਬਰਾਬਰ ਹੈ ਫਿਰ ਤੇ ਵਧੀਆ ਹੈ। ਹਾਂ ਬਿਲਕੁਲ ਜੀ ਬਿਲਕੁਲ। ਓਕੇ ਨਹੀਂ ਚਲੋ ਉਸ ਤਰੀਕੇ ਨਾਲ ਜੇ ਜੋਕਸ ਨਾਲ ਸਰ ਜਾਏ ਫਿਰ ਤਾਂ ਕੋਈ ਵੈਸੇ ਨੁਕਸਾਨ ਨਹੀਂ ਜ਼ਿਆਦਾ। ਹਾਂ ਬਿਲਕੁਲ। ਔਰ ਦੇਖੋ ਨਾ ਲਾਈਫ ਦੇ ਵਿੱਚ ਸਟ੍ਰੈਸ ਵੀ ਹੈ, ਲਾਈਫ 'ਚ ਮੋਨੋਟਨੀ ਵੀ ਹੈ ਨਾ, ਲਾਈਫ ਦੇ ਵਿੱਚ ਉਹ ਰੂਟੀਨ ਵੀ ਹੈ। ਜੇ ਰੂਟੀਨ ਫੋਲੋ ਕਰਦੇ ਆ ਤੇ ਮੋਨੋਟਨਸ ਹੋ ਜਾਂਦੀ, ਜੇ ਰੂਟੀਨ ਨਹੀਂ ਫੋਲੋ ਕਰਦੇ ਤੇ ਕਿਓਸ ਹੋ ਜਾਂਦਾ ਤੇ ਲੜਾਈ ਹੋ ਜਾਂਦੀ ਹੈ। ਸੋ ਉਹ ਮੈਨੂੰ ਲੱਗਦਾ ਕਿ ਜਿਹੜੇ ਹਸਬੈਂਡ ਵਾਈਫ ਜੋਕਸ ਹੈ ਉਹ ਕਈ ਵਾਰੀ ਇਸ ਮੋਨੋਟਨੀ ਨੂੰ ਵੀ ਬ੍ਰੇਕ ਕਰ ਦਿੰਦੇ ਆ। ਤੇ ਉਹ ਜਿਹੜਾ ਤੁਹਾਡਾ ਜਿਹੜੇ ਇੱਕ ਲੱਗਦਾ ਨਾ ਵੀ ਸਵੇਰੇ ਬੱਚਿਆਂ ਨੂੰ ਉਠਾਇਆ, ਸਕੂਲ ਭੇਜਿਆ, ਕੰਮ ਕਾਰ 'ਤੇ ਲੱਗ ਗਏ, ਰੋਟੀ ਸਬਜ਼ੀ ਬਣਾ ਲਈ, ਘਰਦਿਆਂ ਨੂੰ ਦੇਖ ਲਿਆ, ਉਹ ਸਾਰੇ ਉਹਦੇ ਵਿੱਚ ਜਦੋਂ ਕਈ ਵਾਰੀ ਤੁਸੀਂ ਆਪਣੇ ਗਿਲੇ ਸ਼ਿਕਵੇ ਸੀਰੀਅਸ ਤਰੀਕੇ ਨਾਲ ਨਹੀਂ ਵੀ ਦੱਸਣਾ ਚਾਹੁੰਦੇ, ਇਟ ਇਜ਼ ਸਮਥਿੰਗ ਕਿ ਵੀ ਇਟ ਇਜ਼ ਪੈਂਟ ਅਪ ਹੈ ਨਾ। ਵੀ ਜੇ ਉਹ ਉਸੇ ਦਾ ਐਗਜ਼ਾਮਪਲ ਲੈ ਲਓ ਵੀ ਉਹਨੂੰ ਲੱਗਦਾ ਹੈਗਾ ਮੇਰੀ ਵਾਈਫ ਕਲੇਸ਼ ਪਾਉਂਦੀ ਹੈ, ਵੀ ਉਹ ਹੁਣ ਸਿੱਧੇ ਤਰੀਕੇ ਨਾਲ ਕਹੇਗਾ ਤੇ ਇੱਕ ਹੋਰ ਕਲੇਸ਼ ਪਏਗਾ। ਤੇ ਬੈਟਰ ਹੈ ਤੁਸੀਂ ਜੋਕ ਦੇ ਤਰੀਕੇ ਨਾਲ ਕਹਿ ਦਿਓ, ਮੇ ਬੀ ਸ਼ੀ ਗੈਟਸ ਦੈਟ ਮੈਸੇਜ ਵੀ ਥੋੜ੍ਹਾ ਜ਼ਿਆਦਾ ਹੋ ਰਿਹਾ ਹੈ।
ਸੋ ਮਤਲਬ ਐਜੂਕੇਸ਼ਨ ਦਾ ਕੰਮ ਕਰਦੇ ਨੇ, ਬੰਦਾ ਸਿੱਧਾ ਆਪਣੇ ਬਾਰੇ ਤੇ ਜੋਕ ਨਹੀਂ ਸੁਣਾਉਂਦਾ, ਪਰ ਜਨਰਲ ਜੋਕ ਹੈ। ਹਾਂਜੀ ਹਾਂਜੀ ਹਾਂਜੀ, ਇੱਕ ਦੂਸਰੇ ਦੇ ਜੋਕਸ ਤੋਂ ਤੁਸੀਂ ਕੁਝ ਸਿੱਖ ਸਕਦੇ ਹੋ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਮੈਂ ਤੁਹਾਨੂੰ ਦੱਸਿਆ, ਮੈਂ ਆਪਣੀ ਡਰਾਈਵਿੰਗ ਸਿਰਫ ਐਸ ਕਰਕੇ ਸੁਧਾਰੀ ਐਂਡ ਆਈ ਹੈਵ ਹੈਡ ਮਤਲਬ ਮੈਂ ਬੜੀ ਕੌਨਸ਼ੀਅਸ ਰਹੀ ਹਾਂ ਆਪਣੀ ਡਰਾਈਵਿੰਗ ਕਰਕੇ, ਕਿਉਂਕਿ ਮੈਂ ਇੰਨੇ ਸਾਰੇ ਜੋਕਸ ਅਬਾਊਟ ਵੂਮਨ ਡਰਾਈਵਿੰਗ ਸੁਣ ਲਿਆ ਨਾ, ਤੇ ਮੈਨੂੰ ਲੱਗਦਾ ਕਿ ਯਾਰ ਇਹ ਚੀਜ਼ ਤੇ ਮੈਂ ਨਹੀਂ ਕਰਾਂਗੀ। ਆਈ ਥਿੰਕ ਆਈ ਐਮ ਅ ਗੁੱਡ ਡਰਾਈਵਰ, ਵੀ ਕੁੜੀਆਂ ਨੂੰ ਗੱਡੀ ਨਹੀਂ ਪਾਰਕ ਕਰਨੀ ਆਉਂਦੀ, ਜਾਂ ਯੂ ਨੋ ਅਰਾਊਂਡ ਦੈਟ, ਹਾਈਵੇ ਤੋਂ ਐਗਜ਼ਿਟ ਨਹੀਂ ਲੈਣਾ ਆਉਂਦਾ, ਇਦਾਂ ਦੇ ਬੜੇ ਨੇ। ਸੋ ਇਹਨਾਂ ਜੋਕਸ ਕਰਕੇ ਐਟਲੀਸਟ ਮੇਰੇ ਤੇ ਪਰਸਨਲ ਇਫੈਕਟ ਇਹ ਹੋਇਆ ਕਿ ਮੈਂ ਆਪਣੀ ਡਰਾਈਵਿੰਗ ਤੇ ਬਹੁਤ ਜ਼ਿਆਦਾ ਫੋਕਸ ਕਰਦੀ ਹਾਂ। ਚਲੋ ਇਹ ਤਾਂ ਫਿਰ ਇੱਕ ਪੋਜ਼ਿਟਿਵ ਇਹਦੀ ਸਾਈਡ ਹੋ ਗਈ। ਤੇ ਵੈਸੇ ਜੇ ਉਂਝ ਗੱਲ ਕਰੀਏ, ਕਿਉਂਕਿ ਜੋਕਸ ਤੋਂ ਗੱਲ ਚੱਲੀ ਹੈ, ਜਿਹੜਾ ਇਹ ਰਿਸ਼ਤਾ ਇਹ ਵੀ ਬੜਾ ਯੂਨੀਕ ਹੈ। ਜਿੰਨੇ ਰਿਲੇਸ਼ਨਸ਼ਿਪ ਨਾਲ ਆਪਾਂ ਕੰਪੇਅਰ ਕਰੀਏ, ਜਿੰਨੇ ਆਪਣੇ ਸਮਾਜਿਕ ਰਿਸ਼ਤੇ ਨੇ, ਉਹਨਾਂ 'ਚ ਕੁਛ ਲੋਕ ਇਹ ਕਹਿੰਦੇ ਨੇ ਕਿ ਦੇਖੋ ਇਹਦੇ 'ਚ ਕਿੰਨੀਆਂ ਕੰਟਰਡਿਕਸ਼ਨ ਨੇ। ਸਭ ਤੋਂ ਵੱਧ ਲੰਬਾ ਟਾਈਮ ਇਨਸਾਨ ਨਾਲ ਨਿਭਦਾ ਵੀ ਇਹ ਰਿਸ਼ਤਾ, ਤੇ ਸਭ ਤੋਂ ਜਿਵੇਂ ਕਹਿੰਦੇ ਨੇ ਹਮੇਸ਼ਾ ਖਤਰੇ 'ਚ ਰਹਿੰਦਾ ਉਹ ਵੀ ਇਹ ਰਿਸ਼ਤਾ। ਬਿਲਕੁਲ ਬਿਲਕੁਲ। ਤੁਸੀਂ ਦੇਖੋ ਸ਼ਮੀਲ ਜੀ, ਅੱਜ ਮੈਨੂੰ ਮੇਰੇ ਭਰਾ ਦੀ ਜਾਂ ਭੈਣ ਦੀ ਕੋਈ ਗੱਲ ਬੁਰੀ ਲੱਗ ਜਾਏ ਤੇ ਮੈਨੂੰ ਡਿਵੋਰਸ ਤੇ ਨਹੀਂ ਦੇ ਸਕਦੀ, ਮੈਂ ਉਹਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਾਂਗੀ। ਮੇ ਵੀ 4-5 ਮਹੀਨੇ ਗੱਲ ਨਹੀਂ ਕੀਤੀ, ਫਿਰ ਵਾਪਸ ਗੱਲ ਕਰਨੀ ਸ਼ੁਰੂ ਕਰਤੀ, ਤੁਸੀਂ ਉਹ ਰਿਸ਼ਤਾ ਉਹ ਟੁੱਟਦਾ ਨਹੀਂ ਹੈ। ਤੇ ਬਟ ਇਹੀ ਇੱਕ ਰਿਲੇਸ਼ਨਸ਼ਿਪ ਹੈ ਜਿਹੜਾ ਟੁੱਟ ਜਾਂਦਾ ਹੈ, ਲਾਈਕ ਯੂ ਕੈਨ ਬਿਲਕੁਲ ਦਿਸ ਡਿਵੋਰਸ ਇਜ਼ ਓਨਲੀ ਫॉर ਵਨ ਰਿਲੇਸ਼ਨਸ਼ਿਪ। ਤੁਸੀਂ ਆਪਣੇ ਤੁਹਾਡਾ ਬੱਚਾ, ਤੁਹਾਡੇ ਮਾਂ-ਬਾਪ, ਤੁਹਾਡੇ ਜਿਹੜੇ ਤੁਹਾਡੇ ਖੂਨ ਦੇ ਰਿਸ਼ਤੇ, ਈਵਨ ਕਈ ਇਹੋ ਜਿਹੇ ਰਿਸ਼ਤੇਦਾਰ ਹੈ ਜਿਹੜੇ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੈ ਨਾ, ਬਟ ਫਿਰ ਵੀ ਤੁਸੀਂ ਉਹਨਾਂ ਨਾਲ ਰਿਸ਼ਤਾ ਤੋੜ ਨਹੀਂ ਪਾਉਂਦੇ ਹੋ। ਤੁਸੀਂ ਗੱਲਬਾਤ ਕਰਨੀ ਬੰਦ ਕਰ ਦੋਗੇ, ਕਿਧਰੇ ਵਿਆਹ ਸ਼ਾਦੀ ਕਿਧਰੇ ਮਿਲ ਜਾਣ ਤੇ ਤੁਸੀਂ ਉਹਨਾਂ ਨੂੰ ਹਾਈ ਹੈਲੋ ਕਰ ਦੋਗੇ, ਬਟ ਦੇ ਸਟਿਲ ਰਿਮੇਨ ਦੈਟ ਰਿਲੇਸ਼ਨਸ਼ਿਪ। ਇਹ ਤਾਂ ਨਹੀਂ ਹੁੰਦਾ ਵੀ ਨਹੀਂ ਜੀ ਹੁਣ ਇਹ ਮੇਰੀ ਚਾਚੀ ਨਹੀਂ ਹੈ ਜਾਂ ਹੁਣ ਇਹ ਮੇਰਾ ਮਾਸੜ ਨਹੀਂ ਹੈ, ਉਹ ਬਦਲ ਨਹੀਂ ਸਕਦੇ। ਤੁਸੀਂ ਸਿਰਫ ਇਹ ਇੱਕੋ ਰਿਸ਼ਤਾ ਜਿਹੜਾ ਤੁਸੀਂ ਚੂਜ਼ ਕਰਦੇ ਹੋ ਤੇ ਬਦਲ ਸਕਦੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਲੱਗਦਾ ਇਹ ਨਾ ਜੇ ਰਿਲੇਸ਼ਨਸ਼ਿਪਸ 'ਚ ਜੋਕਸ ਹੋਣ ਨਾ, ਤੇ ਕਿਸੇ ਵੀ ਰਿਲੇਸ਼ਨਸ਼ਿਪ 'ਚ ਉਹ ਉਸ ਰਿਲੇਸ਼ਨਸ਼ਿਪ ਦੀ ਫਰੈਂਡਸ਼ਿਪ ਨੂੰ ਵੀ ਉਹ ਕਰਦੇ ਆ। ਕਿਸੇ ਹੋਰ ਰਿਸ਼ਤੇ ਬਾਰੇ ਜੋਕਸ ਵੀ ਹੈ ਨਹੀਂ ਹੈਗੇ ਹੈ, ਹੁਣ ਪੇਰੈਂਟਸ ਵਾਸਤੇ ਬਾਰੇ ਵੀ ਬੜੇ ਜੋਕਸ ਬਣਦੇ ਆ ਹੁਣ ਤੇ ਅੱਜ ਕੱਲ। ਪਹਿਲੇ ਮੈਨੂੰ ਲੱਗਦਾ ਕਿ ਜਿਹੜੇ ਕੁਝ ਕੰਮ ਜਿਹੜੇ ਇੱਥੇ ਜ਼ਿਆਦਾ ਦੇਖ ਰਹੇ ਹਾਂ ਹਾਂ ਪੇਰੈਂਟਸ ਬਾਰੇ ਬਣਦੇ। ਹੁਣ ਤੇ ਮੈਂ ਕਾਫੀ ਸਾਰੇ ਕਮੇਡੀਅਨਸ ਦੇਖਦੀ ਜਿਹੜੇ ਆਪਣੇ ਬੱਚਿਆਂ ਦੇ ਜੋਕਸ ਬਣਾਉਂਦੇ ਆ। ਸੋ ਜੋਕਸ ਤੇ ਬਣਦੇ ਆ, ਬਟ ਮੈਨੂੰ ਲੱਗਦਾ ਜਦੋਂ ਆਪਾਂ ਕਿਸੇ ਰਿਲੇਸ਼ਨਸ਼ਿਪ ਨੂੰ ਉਹਦੇ ਵਿੱਚ ਜੋਕਸ, ਉਹਦੇ ਵਿੱਚ ਮਜ਼ਾਕ, ਉਹਦੇ 'ਚ ਸਟਾਇਰ ਲੈ ਆਉਂਦੇ ਹਾਂ ਨਾ, ਅਤੇ ਆਪਾਂ ਉਸ ਰਿਲੇਸ਼ਨਸ਼ਿਪ ਨੂੰ ਹਿਊਮਨਾਈਜ਼ ਕਰ ਦਿੰਦੇ ਹਾਂ। ਉਸ ਰਿਲੇਸ਼ਨਸ਼ਿਪ ਨੂੰ ਕਿਤੇ ਪੈਡੈਸਟਲ 'ਤੇ ਪਾ ਕੇ ਵੀ ਫॉर ਸਮ ਪੀਪਲ ਆਪਣੇ ਫਾਦਰ ਦਾ ਜਾਂ ਮਦਰ ਦਾ ਮਜ਼ਾਕ ਬਣਾਉਣਾ ਬੜੀ ਮਾੜੀ ਗੱਲ ਹੈ। ਮੈਨੂੰ ਇੰਝ ਲੱਗਦਾ ਵੀ ਮੇਰੇ ਮਦਰ ਨਾਲ ਜਾਂ ਮੇਰੇ ਈਵਨ ਫਾਦਰ ਨਾਲ ਬੜਾ ਹੀ ਮਜ਼ਾਕ ਵਾਲਾ ਰਿਸ਼ਤਾ ਹੈ। ਇਸ ਕਰਕੇ ਮਤਲਬ ਮੈਂ ਉਹਨਾਂ ਨੂੰ ਉਸ ਉਹਦੇ ਵਿੱਚ ਨਹੀਂ ਪਾਉਂਦੀ ਕੈਟੇਗਰੀ 'ਚ ਕਿ ਉਹ ਇੱਕ ਸੁਪਰ ਹਿਊਮਨ ਹੈ ਔਰ ਉਹ ਕੋਈ ਗਲਤੀ ਨਹੀਂ ਕਰ ਸਕਦੇ, ਔਰ ਉਹ ਜ਼ਿਆਦਾ ਇੱਕ ਕਲੋਜ਼ ਦਾ ਰਿਲੇਸ਼ਨਸ਼ਿਪ ਬਣ ਜਾਂਦਾ ਹੈ। ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਰਿਲੇਸ਼ਨਸ਼ਿਪਸ ਦੇ ਵਿੱਚ ਨਾ ਥੋੜ੍ਹਾ ਬਹੁਤਾ ਮਜ਼ਾਕ। ਇਹ ਵੈਸੇ ਖੈਰ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਜਿਹੜਾ ਇਹ ਜੋਕਸ ਨੇ, ਇਹਨਾਂ ਨੂੰ ਨਰਾਪੁਰਾ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਕੋਈ ਨੈਗੇਟਿਵਿਟੀ ਦਿਖਾ ਰਹੇ ਨੇ। ਇੱਕ ਕਿਸਮ ਦਾ ਇਹਨਾਂ ਦੀ ਇਹ ਪੋਜ਼ਿਟਿਵ ਰੋਲ ਵੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਤਾਂ ਬੜੀ ਵਾਰੀ, ਮੇਰੇ ਮੰਮੀ ਸ਼ਾਇਦ ਹੁਣੇ ਸ਼ੋਅ ਸੁਣ ਵੀ ਰਹੇ ਹੋਣਗੇ, ਘਰ ਜਾ ਕੇ ਭਾਵੇਂ ਮੈਨੂੰ ਝੁੜਕਾਂ ਵੀ ਪੈਣ, ਬਟ ਆਪਾਂ ਬੜੀ ਵਾਰੀ ਕਹਿੰਦੇ ਹਾਂ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਅਤੇ ਕਈ ਵਾਰੀ ਸ਼ਾਮੀ ਮੇਰੇ ਮਦਰ ਨੇ ਕਹਿਣਾ, ਪਾਪਾ ਆਏ ਆ ਘਰ ਤੋਂ ਕਲੀਨਿਕ ਤੋਂ, ਅਤੇ ਉਹਨਾਂ ਨੂੰ ਕਹਿਣਾ ਕਿ ਮੇਰੇ ਨਾ ਜਲਨ ਹੋ ਰਹੀ ਹੈ, ਮੈਨੂੰ ਲਿਮਕਾ ਲਿਆ ਦਿਓ। ਅਤੇ ਮੈਂ ਔਰ ਮੇਰੇ ਬ੍ਰਦਰ ਅਸੀਂ ਆਪਸ ਦੇ ਵਿੱਚ ਅਸੀਂ ਇਹ ਜੋਕ ਬਣਾਉਂਦੇ ਹੁੰਦੇ ਸੀ ਕਿ 3-4 ਦਿਨ ਹੋ ਗਿਆ, ਹੁਣ ਮੰਮੀ ਨੂੰ ਨਾ ਜਲਦੀ ਹੁਣ ਮੰਮੀ ਦੀ ਐਸਿਡਿਟੀ ਹੋਣੀ ਸ਼ੁਰੂ ਹੁੰਦੀ ਕਿਉਂਕਿ ਮੰਮੀ ਦਾ ਲਿਮਕਾ ਪੀਣ ਦਾ ਦਿਲ ਕਰਦਾ ਪਿਆ। ਸੋ ਅਸੀਂ ਦਿਸ ਵਾਜ਼ ਅ ਜੋਕ ਬਿਟਵੀਨ ਆਰ ਫੈਮਿਲੀ। ਹੁਣ ਮੈਂ ਤੁਹਾਨੂੰ ਦੱਸ ਰਹੀ, ਆਈ ਐਮ ਗੋਇੰਗ ਟੂ ਬੀ ਇਨ ਅ ਬਿਗ ਟਰਬਲ ਭਾਵੇਂ ਮੈਨੂੰ ਜਾ ਕੇ ਰੋਟੀ ਨਾ ਮਿਲੇ, ਬਟ ਇਟ ਇਜ਼ ਅ ਜੋਕ। ਐਂਡ ਬਿਕੋਜ਼ ਆਫ ਦੈਟ ਜੋਕ ਅਸੀਂ ਆਪਣੇ ਮਦਰ ਦੇ ਨਾਲ ਇੰਨੇ ਕਲੋਜ਼ ਹੈਗੇ ਕਿ ਅਸੀਂ ਉਹਨਾਂ ਨਾਲ ਕੋਈ ਵੀ ਗੱਲ ਕਰ ਸਕਦੇ ਹਾਂ, ਹੈ ਨਾ। ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਕੋਈ ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਅਤੇ ਅਸੀਂ ਆਪਣੀ ਮਦਰ ਨਾਲ ਸ਼ੇਅਰ ਨਹੀਂ ਕਰ ਸਕਦੇ ਬਿਕੋਜ਼ ਵੀਵ ਹਿਊਮਨਾਈਜ਼ਡ ਦੈਟ ਰਿਲੇਸ਼ਨਸ਼ਿਪ। ਤੇ ਇਸੇ ਗੱਲ 'ਚ ਥੋੜ੍ਹਾ ਐਡ ਕੀਤਾ ਸ਼ੈਂਕੀ ਨੇ, ਕਹਿੰਦੇ ਖੂਨ ਦਾ ਨਹੀਂ ਇਕੱਲਾ, ਖੂਨ ਖਰਾਬੇ ਦਾ ਰਿਸ਼ਤਾ। ਬਿਲਕੁਲ ਬਿਲਕੁਲ, ਹੋ ਸਕਦਾ ਖੂਨ ਖਰਾਬੇ ਤੱਕ ਵੀ ਗੱਲਾਂ ਪਹੁੰਚ ਜਾਂਦੀ ਹੈ। ਚੰਗੀ ਗੱਲ ਨਹੀਂ ਹੈ ਵੈਸੇ। ਹਾਂ, ਪਰ ਦੇਖੋ ਮੈਂ ਨਾ ਉਸ ਦਿਨ ਇੱਕ ਸਟੈਂਡ ਅਪ ਕਾਮੇਡੀ ਕਿਸੇ ਦੀ ਸੁਣ ਰਹੀ ਸੀ, ਔਰ ਮੇਰਾ ਫੇਵਰੇਟ ਪਾਸ ਟਾਈਮ ਇਹੀ ਹੈ ਵੀ ਨਵੇਂ ਸਟੈਂਡ ਅਪ ਕਾਮਿਕਸ ਦੀਆਂ ਸ਼ੋਜ਼ ਦੇਖਣਾ ਜਾਂ ਸੁਣਨਾ। ਅਤੇ ਉਹ ਕਹਿੰਦਾ ਕਿ ਮੈਂ ਗੈਰੰਟੀ ਨਾਲ ਉਹ ਲੇਡੀ ਕਹਿੰਦੀ ਮੈਂ ਗੈਰੰਟੀ ਨਾਲ ਕਹਿ ਸਕਦੀ ਹਾਂ ਵੀ ਇੱਥੇ ਬੈਠੀ ਇੱਕ ਵੀ ਇਹੋ ਜਿਹੀ ਲੇਡੀ ਨਹੀਂ ਜਿਹਦਾ ਕਦੇ ਦਿਲ ਨਾ ਕੀਤਾ ਕਿ ਅੱਜ ਰਾਤੀ ਸੁੱਤਾ ਤਾਂ ਮੈਂ ਗਲਾ ਘੋਟ ਕੇ ਮਾਰਦਾ ਇਹਨੂੰ। ਅੱਛਾ, ਮਤਲਬ ਕਹਿੰਦਾ ਕਿ ਤੁਹਾਡੇ, ਔਰ ਉਹਨੇ ਲਿਟਰਲੀ ਆਪਣੇ ਸ਼ੋਅ 'ਚ ਕਿਹਾ ਵੀ ਤੁਹਾਡੇ 'ਚੋਂ
ਮਤਲਬ ਉਹ ਲੇਡੀ ਹੱਥ ਖੜਾ ਕਰੋ ਵੀ ਜਿਹਨੇ ਕਦੀ ਸੋਚਿਆ ਨਾ ਹੋਏ ਇੱਕ ਵਾਰੀ ਕਿ ਅੱਜ ਦੀ ਰੋਟੀ 'ਚ ਪਾ ਕੇ ਇਹਨੂੰ ਕੁਛ ਦੇ ਦਿੰਦੇ ਆ ਜਾਂ ਅੱਜ ਇਹਨੂੰ ਕੁਛ ਕਰ ਦਿੰਦੇ ਆ, ਹੈ ਨਾ। ਸੋ ਔਰ ਮੰਨੋਗੇ ਇੱਕ ਵੀ ਲੇਡੀ ਨੇ ਹੱਥ ਨਹੀਂ ਖੜਾ ਕੀਤਾ। ਬਹੁਤ ਡੇਂਜਰਸ ਚੀਜ਼ ਹੈ ਤੇ ਦੇਖੋ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਇੰਨਾ ਸਟ੍ਰੈਸ ਹੈ। ਐਂਡ ਐਜ਼ ਪੀਪਲ ਦੇਖੋ ਤੁਸੀਂ ਈਵਨ ਤੁਸੀਂ ਜੇ 7-8 ਘੰਟੇ ਜੌਬ 'ਤੇ ਜਾ ਰਹੇ ਹੋ, ਤੁਸੀਂ ਕਿ ਹਰ ਕਿਸੇ ਦੇ ਨਾਲ ਥੋੜ੍ਹਾ ਬਹੁਤਾ ਗਿਲਾ ਸ਼ਿਕਵਾ ਲੜਾਈ ਝਗੜਾ ਥੋੜ੍ਹਾ ਬਹੁਤਾ ਹੁੰਦਾ ਹੀ ਹੈ ਨਾ। ਦੇਰ ਇਜ਼ ਨੋਬਡੀ ਔਨ ਦਿਸ ਅਰਥ ਜਿਹਨੂੰ ਆਪਾਂ 100% ਜਿਹਦੀ ਸਾਨੂੰ ਕਦੀ ਕੋਈ ਗੱਲ ਮਤਲਬ ਬੁਰੀ ਨਹੀਂ ਲੱਗੇਗੀ। ਮਾਂ ਨੂੰ ਆਪਣੇ ਢਿੱਡ ਤੋਂ ਜੰਮੇ ਬੱਚੇ ਦੀ ਵੀ ਕਈ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਅਤੇ ਮੈਂ ਉਹੀ ਤਾਂ ਕਹਿ ਰਹੀ ਕਿ ਇਹ ਤਾਂ ਉਹ ਰਿਸ਼ਤਾ ਵਾ ਕਿ ਜਿਹਨੇ ਰਹਿਣਾ। ਤੁਸੀਂ ਮੰਨ ਲਓ ਵੀ ਜੇ ਤੁਹਾਡਾ 25-26 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਅਤੇ ਤੁਸੀਂ ਲੈਟਸ ਸੇ ਵੀ 70 ਈਅਰਸ ਤੱਕ ਤੁਸੀਂ ਇਕੱਠੇ ਰਹਿਣਾ ਹੈ ਨਾ। ਸੋ ਯੂ ਆਰ ਸਟੇਇੰਗ ਟੂਗੈਦਰ ਵਿਦ 40-45 ਜਿਹੜਾ ਇੱਕ ਪੁਰਾਣੀ ਪੰਜਾਬੀ 'ਚ ਕਹਾਵਤ ਹੈ ਵੀ ਗਲ ਪਿਆ ਢੋਲ ਵਜਾਉਣਾ ਪੈਂਦਾ ਹੈ ਨਾ, ਇਹ ਉਹ ਚੀਜ਼ ਹੈ। ਬਿਲਕੁਲ ਬਿਲਕੁਲ। ਦੇਖੋ ਅਗੇਨ ਤੁਸੀਂ ਦੇਖੋ ਹੁਣ ਸਾਡੀ ਸੁਸਾਇਟੀ ਦੇ ਵਿੱਚ ਤੁਸੀਂ ਮੈਂ ਨਾ ਉਸ ਦਿਨ ਫਿਰ ਅਗੇਨ ਮੈਂ ਇੱਕ ਪੋਡਕਾਸਟ ਵੀ ਸੁਣ ਰਹੀ ਸੀ ਇੱਕ ਡਿਵੋਰਸ ਲਾਇਰ ਦਾ, ਅਤੇ ਉਹ ਕਹਿੰਦੀ ਕਿ ਹੁੰਦਾ ਕੀ ਹੈ ਇੱਕ ਜਿਹੜਾ ਉਹਨੂੰ ਇੰਟਰਵਿਊਅਰ ਪੁੱਛ ਰਿਹਾ ਸੀ ਵੀ ਇੱਕ ਅੱਛੀ ਮੈਰਿਜ ਦੀ ਬੇਸਿਸ ਕੀ ਹੈ। ਅਤੇ ਕਹਿੰਦੀ ਇੱਕ ਅੱਛੀ ਮੈਰਿਜ ਦੀ ਬੇਸਿਸ ਇਹ ਹੈ ਵੀ ਤੁਸੀਂ ਇੰਨੇ ਅਨੋਇੰਗ ਨਾ ਮਤਲਬ ਇੰਨਾ ਕੁਛ ਬਹੁਤ ਜ਼ਿਆਦਾ ਮਾੜਾ ਨਾ ਕਰ ਦਿਓ ਕਿ ਇਨਸਾਨ ਤੁਹਾਡੇ ਨਾਲ ਰਹਿ ਨਾ ਸਕੇ। ਬਾਕੀ ਆਪਾਂ ਇੱਕ ਦੂਸਰੇ ਨੂੰ ਇਰੀਟੇਟ ਕਰਨਾ, ਅਨੋਏ ਕਰਨਾ, ਇੱਕ ਦੂਸਰੇ ਦੀ ਟੂ ਗੈਟ ਔਨ ਟੂ ਸਮਬਡੀਜ਼ ਨਰਵਸ, ਇਹ ਤਾਂ ਸਾਡੀ ਆਦਤ ਹੈ। ਮਤਲਬ ਮੈਂ ਜਿੰਨਾ ਮਰਜ਼ੀ ਆਪਣੇ ਬੱਚੇ ਨੂੰ ਵੀ ਪਿਆਰ ਕਰ ਲਾਂ, ਆਪਣੀ ਮਦਰ ਨੂੰ, ਆਪਣੇ ਹਸਬੈਂਡ ਨੂੰ ਵੀ ਜਿੰਨਾ ਮਰਜ਼ੀ ਪਿਆਰ ਕਰ ਲਾਂ, ਇਹ ਤਾਂ ਨਹੀਂ ਕਿ ਉਹਦਾ ਹਰ ਐਸਪੈਕਟ ਮੈਨੂੰ ਪਸੰਦ ਹੈ ਨਾ। ਔਰ ਮੇਰਾ ਵੀ ਹਰ ਐਸਪੈਕਟ ਉਹਨਾਂ ਨੂੰ ਨਹੀਂ ਪਸੰਦ ਹੈਗਾ। ਸੋ ਜਦੋਂ ਆਪਾਂ ਨਾਲ ਰਹਿ ਰਿਹਾ ਅਤੇ ਕੁਛ ਨਾ ਕੁਛ ਤਾਂ ਉਹ ਹੁੰਦਾ ਰਹੇਗਾ। ਔਰ ਪਰ ਇੰਝ ਵੀ ਨਹੀਂ ਹੈ ਕਿ ਇੰਨਾ ਵੀ ਮਾੜਾ ਨਹੀਂ ਹੈ ਵੀ ਤੁਸੀਂ ਛੱਡ ਕੇ ਚਲੇ ਜਾਓ ਇੱਕ ਦੂਸਰੇ ਨੂੰ, ਬਿਕੋਜ਼ ਯੂ ਹੈਵ ਤੁਸੀਂ ਦੋਨਾਂ ਨੇ ਰਲ ਕੇ ਇੱਕ ਫੈਮਿਲੀ ਬਣਾਈ ਹੈ, ਤੁਸੀਂ ਦੋਨਾਂ ਨੇ ਰਲ ਕੇ ਇੱਕ ਈਕੋ ਸਿਸਟਮ ਬਣਾਇਆ। ਅਤੇ ਐਂਡ ਡਿਵੋਰਸ ਦੇ ਨਾਲ ਜਾਂ ਸੈਪਰੇਸ਼ਨ ਨਾਲ ਵੈਸੇ ਵੀ ਬਹੁਤ ਸਟਿਗਮਾ ਅਟੈਚਡ ਹੈ। ਇਟਸ ਨਾਟ ਐਨ ਈਜ਼ੀ ਥਿੰਗ। ਕਈ ਗੋਇੰਗ ਟੂ ਸੀਰੀਅਸਨੈਸ ਆਫ ਦੈਟ ਵੀ ਲੋਕੀ ਤਾਂ ਬਹੁਤ ਜ਼ਿਆਦਾ ਅਬਿਊਜ਼ ਸਹਿੰਦੇ ਆ ਇਨ ਅ ਰਿਲੇਸ਼ਨਸ਼ਿਪ ਨਾ। ਅਤੇ ਛੋਟੀ ਮੋਟੀ ਇਰੀਟੇਸ਼ਨਸ ਤੇ ਪਾਰਟ ਆਫ ਲਾਈਫ ਹੈ। ਸੋ ਆਈ ਥਿੰਕ ਕਿ ਉਹੀ ਗੱਲ ਹੈ ਵੀ ਤੁਹਾਡੇ ਕਹਿਣ ਦਾ ਮਤਲਬ ਜੀ ਹਾਸੇ ਮਜ਼ਾਕ ਨਾਲ ਥੋੜ੍ਹੀ ਜਿਹੀ ਤੁਹਾਡਾ ਸਟ੍ਰੈਸ ਨਿਕਲ ਗਿਆ, ਤੁਹਾਡੀ ਭੜਾਸ ਨਿਕਲ ਗਈ। ਤੇ ਹਰ ਵਾਰੀ ਲੜਾਈ ਨਾ ਕਰੋ, ਹਰ ਵਾਰੀ ਕਲੇਸ਼ ਨਹੀਂ ਪਾਉਣ ਦੀ ਲੋੜ। ਫਟਣ ਤੋਂ ਪਹਿਲਾਂ ਜਿਹੜਾ ਪ੍ਰੈਸ਼ਰ ਕੁੱਕਰ ਹੈ ਉਹਨੂੰ ਪਹਿਲਾਂ ਕੱਢ ਲਓ, ਥੋੜਾ ਜਿਹਾ ਕੱਢ ਲਓ ਤੇ ਠੀਕ ਰਹਿੰਦੇ। ਵਿੱਚ ਵੀ ਸੀਟੀਆਂ ਵੱਜਦੀਆਂ ਰਹਿਣੀਆਂ ਚਾਹੀਦੀਆਂ ਤੇ ਦਾਲ ਰਿੰਦੀ ਰਵੇ ਆਪਣੀ। ਜਿਹੜੇ ਜੋਕਸ ਨੇ ਇਹ ਸੀਟੀਆਂ ਨੇ। ਹਾਂ ਬਿਲਕੁਲ, ਪਰ ਜ਼ਿਆਦਾ ਵੀ ਸੀਟੀਆਂ ਮਾਰੋ ਨਾ ਤੇ ਫਿਰ ਦਾਲ ਹੋ ਜਾਂਦੀ ਹੈ ਗਾਰਾ। ਤੇ ਆਪਾਂ ਨੂੰ ਤਾਂ ਥੋੜੀ ਖੜੀ ਦਾਲ ਪਸੰਦ ਹੈ। ਸੋ ਇਸ ਕਰਕੇ ਥੋੜੀਆਂ ਸੀਟੀਆਂ ਨਿਕਲਦੀਆਂ ਰਹਿਣ। ਹਾਂਜੀ। ਤੇ ਇੱਕ ਵਿੱਚੋਂ ਮੈਸੇਜ ਹੈ, ਅੱਛਾ ਜਿਹੜਾ ਤੁਸੀਂ ਕਿਹਾ ਸੀ ਵੀ ਕੋਈ ਖੜੀ ਨਹੀਂ ਸੀ ਹੋਈ, ਤੇ ਉਹ ਕਹਿੰਦੇ ਜੇ ਬੰਦਿਆਂ ਨੂੰ ਪੁੱਛ ਲੈਂਦੇ ਬੰਦਿਆਂ ਨੇ ਸਾਰਿਆਂ ਨੇ ਖੜੇ ਹੋ ਜਾਣਾ ਸੀ। ਅੱਛਾ ਨਹੀਂ, ਆਈ ਥਿੰਕ ਦੇਖੋ ਪਤਾ ਕੀ ਗੱਲ ਹੈ, ਕਈ ਵਾਰ ਤਾਂ ਦੇਖੋ ਮੈਨੂੰ ਓਨੈਸਟਲੀ ਜਿਹੜੇ ਜੋਕਸ ਨੇ ਬਹੁਤ ਐਕਸਟ੍ਰੀਮ ਵੀ ਲੱਗਦੇ ਆ। ਕਈ ਮੈਨੂੰ ਲੱਗਦਾ ਵੀ ਇੰਨੀ ਜ਼ਿਆਦਾ ਭਿਅੰਕਰ ਸਿਚੁਏਸ਼ਨ ਤੇ ਨਹੀਂ ਹੋਣੀ ਚਾਹੀਦੀ ਜੋਕਸ ਦੇ ਵਿੱਚ ਵੀ। ਤੇ ਅਗੇਨ ਲਾਈਕ ਆਈ ਸੈਡ ਵੀ ਤੁਸੀਂ ਕਿਸ ਇੰਟੈਂਸ਼ਨ ਨਾਲ ਜੋਕ ਕਰ ਰਹੇ ਹੋ। ਹੁਣ ਇੱਕ ਨਾ ਅਗੇਨ ਕਮਿੰਗ ਬੈਕ ਟੂ, ਬਿਕੋਜ਼ ਅਸੀਂ ਹੁਣ ਇੱਕ ਫਨੀ ਟੋਪਿਕ ਹੀ ਕਰ ਰਹੇ ਹਾਂ, ਅਤੇ ਇੱਕ ਸਟੈਂਡ ਅਪ ਕਾਮੇਡੀ ਦੇ ਵਿੱਚ ਇੱਕ ਬੰਦਾ ਕਹਿੰਦਾ ਹੈ ਕਿ ਦੇਖੋ ਜਦੋਂ ਵਿਆਹ ਹੁੰਦਾ ਹੈ ਹਸਬੈਂਡ ਵਾਈਫ ਦਾ, ਅਤੇ 90% ਕੇਸਿਸ 'ਚ ਐਟਲੀਸਟ ਸਾਡੇ ਕਲਚਰ ਦੇ ਵਿੱਚ ਵੀ ਲੜਕੀ ਆਪਣੇ ਹਸਬੈਂਡ ਦੇ ਘਰ ਮੂਵ ਹੋ ਜਾਂਦੀ ਹੈ। ਅਤੇ ਜੇ ਕਦੀ ਉਹ ਕਹਿ ਦੇ ਕਿ ਚਲੋ ਅੱਜ ਮੇਰੇ ਪੇਰੈਂਟਸ ਘਰ ਚੱਲਦੇ ਹਾਂ, ਹੈ ਨਾ, ਅਤੇ ਉਹ ਹਸਬੈਂਡਸ ਬੜੇ ਉਹ ਹੋ ਜਾਂਦੇ ਹੈ ਵੀ ਮਤਲਬ ਮੈਂ ਆਊਟ ਆਫ ਪਲੇਸ ਫੀਲ ਕਰਾਂਗਾ, ਮੈਂ ਇੱਕ ਦਿਨ ਬਾਅਦ ਆ ਜਾ। ਅਤੇ ਕਹਿੰਦੇ ਵੀ ਉਹ ਕਹਿੰਦੀ ਕਿ ਦੇਖੋ ਵਿਆਹ ਤੋਂ ਬਾਅਦ ਨਾਮ ਮੇਰਾ ਚੇਂਜ ਹੋ ਗਿਆ ਹੈ, ਰਹਿਣ ਮੇਰਾ ਪਿੰਨ ਕੋਡ, ਮੇਰੀ ਰਹਿਣ ਦੀ ਜਗ੍ਹਾ ਚੇਂਜ ਹੋ ਗਈ, ਠੀਕ ਹੈ, ਮੇਰਾ ਪੈਟ ਕੁੱਤਾ ਚੇਂਜ ਹੋ ਗਿਆ, ਮੇਰਾ ਜੋ ਮੈਂ ਮੇਰੇ ਬੈਡਰੂਮ 'ਚ ਸਮਾਨ ਸਭ ਕੁਛ ਚੇਂਜ ਹੋ ਗਿਆ, ਹੈ ਨਾ, ਹੈ, ਅਤੇ ਆਊਟ ਆਫ ਪਲੇਸ ਤੁਸੀਂ ਫੀਲ ਕਰ ਰਹੇ ਹੋ, ਵਾਹ ਹੈ। ਅਤੇ ਬਾਅਦ 'ਚ ਕਹਿੰਦਾ ਇਹ ਲਾਈਨ ਮੇਰੀ ਵਾਈਫ ਨੇ ਪਵਾਈ ਹੈ ਮੇਰੇ ਸੈੱਟ ਦੇ ਵਿੱਚ। ਅਤੇ ਵੀ ਉਹ ਹੀ ਇਜ਼ ਜਸਟੀਫਾਈਂਗ ਬੋਥ ਸਾਈਡਸ ਵੀ ਗੱਲ ਤਾਂ ਸਹੀ ਹੈ ਵੀ ਤੁਸੀਂ 2 ਦਿਨ ਵਾਸਤੇ ਆਪਣੇ ਵਾਈਫ ਦੇ ਘਰ ਜਾ ਕੇ ਤੁਸੀਂ ਆਊਟ ਆਫ ਪਲੇਸ ਫੀਲ ਕਰਦੇ ਹੋ, ਅਤੇ ਉਹ ਤਾਂ ਸਾਰੀ ਇਟਸ ਐਨ ਅੰਡਰਲਾਈਂਗ ਸੈਟਾਇਰ ਆਲਸੋ ਨਾ, ਕਿ ਦ ਵੇ ਵੀ ਆਰ
we feel entitled as human beings, especially men. We ਸਾਨੂੰ ਪਤਾ ਹੈ ਵੀ ਹਾਂਜੀ ਸਾਡੇ ਘਰ ਹੀ ਆਉਣਾ ਹੈ ਅਗਲੀ ਨੇ, ਹੈ ਨਾ, ਅਸੀਂ ਆਪਣਾ ਕੰਫਰਟ ਜ਼ੋਨ ਛੱਡ ਕੇ ਨਹੀਂ ਜਾ ਰਹੇ। ਐਂਡ ਦਿਸ ਇਜ਼ ਅ ਵੈਰੀ ਸੀਰੀਅਸ ਡਿਸਕਸ਼ਨ ਇਫ ਯੂ ਸਟਾਰਟ ਹੈਵਿੰਗ ਦਿਸ ਡਿਸਕਸ਼ਨ ਆਪਣੇ। ਨਹੀਂ ਬਿਲਕੁਲ, ਬਹੁਤ ਵੱਡੀ ਚੇਂਜ ਹੈ, ਵੱਡਾ ਚੇਂਜ ਹੈ, ਕਿਉਂਕਿ ਇਹ ਇਸ ਤਰ੍ਹਾਂ ਹੀ ਹੋ ਰਿਹਾ। ਹਾਂ, ਔਰ ਚੱਲੀ ਜਾ ਰਿਹਾ, ਇਸ ਕਰਕੇ ਅਸੀਂ ਗੱਲ ਨਹੀਂ ਕਰਦੇ। ਹਾਂ, ਮਤਲਬ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ, ਆਈ ਐਮ ਅ ਵੈਰੀ ਸਾਊਂਡ ਸਲੀਪਰ, ਹੈ ਨਾ, ਤੇ ਮੈਨੂੰ ਜਦੋਂ ਮੈਂ ਵੈਨ ਆਈ ਗੋਟ ਮੈਰਿਡ, ਮੈਨੂੰ ਫਸਟ 1.5 ਵੀਕ ਮੈਨੂੰ ਮੇਰੇ ਹਸਬੈਂਡ ਦੇ ਘਰ ਨੀਂਦ ਹੀ ਨਹੀਂ ਸੀ ਆ ਰਹੀ। ਔਰ ਮੈਂ ਆਈ ਐਮ ਸਮਬਡੀ ਜਿਹੜਾ ਕਿ ਲਾਈਕ ਬੈੱਡ ਤੇ ਪੈਂਦਿਆਂ ਸੌਣ ਵਾਲੇ ਇਨਸਾਨ 'ਚ ਹੈ। ਆਈ ਕੁਡਨਟ ਸਲੀਪ ਬਿਕੋਜ਼ ਐਵਰੀਥਿੰਗ ਇਜ਼ ਨਿਊ। ਐਂਡ ਐਸਾ ਵੀ ਨਹੀਂ ਹੈ, ਆਈ ਨਿਊ ਮਾਈ ਹਸਬੈਂਡ ਫਰੋਮ, ਮਤਲਬ ਉਸ ਤੋਂ ਪਹਿਲੇ ਮੈਂ ਉਹਨਾਂ ਨੂੰ 10 ਸਾਲ ਪਹਿਲੇ ਡੇਟ ਕਰ ਰਹੀ ਸੀ। ਆਈ ਨਿਊ ਦ ਫੈਮਿਲੀ ਬਹੁਤ, ਮਤਲਬ ਐਸਾ ਕੁਛ ਨਹੀਂ ਸੀ ਕਿ ਇਟ ਇਜ਼ ਬਿਲਕੁਲ ਐ ਨਹੀਂ ਸੀ ਕਿ ਕਿਸੇ ਸਟ੍ਰੇਂਜਰ ਕੋਲ ਗਏ। ਹਾਂ ਬਿਲਕੁਲ, ਬਟ ਸਟਿਲ ਦੇਰ ਵਾਜ਼ ਦਿਸ ਨਿਊਨੈਸ, ਹੈ ਨਾ। ਅਤੇ ਉਹ ਹੁਣ ਇਸ ਚੀਜ਼ ਨੂੰ ਤੁਸੀਂ ਦੇਖੋ ਵੀ ਕਨਵੇ ਕਰਨਾ ਹੈ। ਹੁਣ ਇਸ ਇਮੋਸ਼ਨ ਨੂੰ ਵੀ ਤੁਸੀਂ ਆਦਮੀਆਂ ਨੂੰ ਕਨਵੇ ਕਰਨਾ ਚਾਹ ਰਹੇ ਹੋ, ਠੀਕ ਹੈ। ਤੁਸੀਂ ਹੁਣ ਜੇ ਤਾਂ ਤੁਸੀਂ ਇੰਝ ਸੀਰੀਅਸ ਜਿਵੇਂ ਆਪਾਂ ਹੁਣ ਕਰ ਰਹੇ ਹਾਂ, ਅਤੇ ਆਈ ਡੋਂਟ ਨੋ ਉਹ ਮੈਸੇਜ ਕਿੰਨਾ ਅੱਗੇ ਜਾਏਗਾ, ਬਟ ਤੁਸੀਂ ਉਹਨੂੰ ਜੋਕ ਦੇ ਵਿੱਚ ਲੈ ਕੇ ਜਾ ਰਹੇ ਹੋ। ਜੋਕ 'ਚ ਤੁਸੀਂ ਲਪੇਟ ਕੇ ਦੇਤਾ, ਹਾਂ, ਕਿ ਦੇਖੋ ਵੀ ਸਾਰਾ ਕੁਛ ਮੇਰਾ ਚੇਂਜ ਹੋ ਗਿਆ, ਤੂੰ 2 ਦਿਨ ਵਾਸਤੇ ਜਾਣਾ, ਤੈਨੂੰ ਆਊਟ ਆਫ ਪਲੇਸ ਫੀਲ ਹੁੰਦਾ ਪਿਆ। ਜਿਵੇਂ ਵੀਰ ਕਰਨ ਨੇ ਲਿਖਿਆ ਹੈ ਕਿ ਜੀ ਪੈਟ ਦੀ ਤੁਸੀਂ ਗੱਲ ਕੀਤੀ ਸੀ ਵੀ ਪੈਟ ਵੀ ਛੁੱਟ ਜਾਂਦੇ ਨੇ ਆਪਣੇ, ਪਰ ਕਹਿੰਦੇ ਜੀ ਅੱਗੇ ਨਵਾਂ ਪੈਟ ਬੰਦਾ ਮਿਲ ਜਾਂਦਾ। ਆਈ ਥਿੰਕ ਅਗੇਨ ਆਪਾਂ ਫਿਰ ਵੀ ਗੱਲ ਕਰ ਰਹੇ ਸੀ। ਆਈ ਥਿੰਕ ਕਿ ਹੋ ਕੀ ਗਿਆ ਕਿ ਪਹਿਲੇ ਨਾ 100% ਪਾਵਰ ਇਨ ਅ ਹਾਊਸ ਹੋਲਡ ਆਦਮੀ ਕੋਲ ਸੀਗੀ। ਐਂਡ ਜਦੋਂ ਮੈਂ ਪਹਿਲੇ ਕਹਿ ਰਹੀ ਹਾਂ, ਆਈ ਐਮ ਟਾਕਿੰਗ ਅਬਾਊਟ ਮੇਰੇ ਗ੍ਰੈਂਡ ਪੇਰੈਂਟਸ, ਹਾਂ, ਮੇਰੇ ਗ੍ਰੈਂਡ ਪੇਰੈਂਟਸ ਦੀ ਜਨਰੇਸ਼ਨ ਦੇ ਵਿੱਚ। ਹੁਣ ਉਹ ਹੌਲੀ ਹੌਲੀ ਕੀ ਹੋ ਗਿਆ ਕਿ ਉਹ 100% ਤੋਂ ਨਾ ਹੁਣ 60% ਹੋ ਗਈ ਹੈ ਜਾਂ 50% ਹੋ ਗਈ ਹੈ। ਅਤੇ ਬੰਦਿਆਂ ਨੇ 50% ਆਪਣੀ ਟੈਰੀਟਰੀ ਲੂਜ਼ ਕਰਤੀ ਹੈ। ਹੁਣ ਕਿਉਂਕਿ ਉਹ ਟੈਰੀਟਰੀ ਲੂਜ਼ ਹੋ ਗਈ ਹੈ, ਅਤੇ ਜਿਨ੍ਹਾਂ ਨੇ ਦੇਖਿਆ ਸੀ ਆਪਣੀ ਫੈਮਿਲੀ ਦੇ ਵਿੱਚ ਵੀ ਯੂ ਨੋ ਬੰਦੇ ਬਹੁਤ ਜ਼ਿਆਦਾ ਧੜੱਲੇ ਵਾਲੇ ਸੀਗੇ, ਹੁਣ ਉਹ ਉਨੇ ਧੜੱਲੇ ਵਾਲੇ ਨਹੀਂ ਰਹਿ ਗਏ, ਥੋੜ੍ਹੇ ਸੌਫਟ ਹੋ ਗਏ। ਇਸ ਕਰਕੇ ਉਹਨਾਂ ਨੂੰ ਐਂਡ ਦਿਸ ਇਜ਼ ਦ ਪ੍ਰੋਬਲਮ ਆਈ ਹੈਵ ਵਿਦ ਜੋਕਸ ਆਲਸੋ। ਦੇਖੋ ਕੀ ਹੈ ਕਿ ਜਿਹੜੇ ਇਹ ਨਵੇਂ ਜਿਵੇਂ ਸਟੈਂਡ ਅਪ ਕਾਮੇਡੀਅਨ ਨੇ, ਹੋਰ ਨੇ, ਕਈ ਵਾਰ ਇਉਂ ਲੱਗਦਾ ਹੁੰਦਾ ਵੀ ਇਹ ਮਿਡਲ ਕਲਾਸ ਜੋਕ ਨੇ। ਹਾਂਜੀ, ਕਿ ਮਿਡਲ ਕਲਾਸ ਜੋਕ ਨੇ, ਜਿੱਥੇ ਜਿਹੜਾ ਬੰਦਾ ਹੈ ਉਹ ਬੜਾ ਵਿਚਾਰਾ ਜਿਹਾ। ਹਾਂ, ਬਟ ਇਹ ਟ੍ਰੈਡੀਸ਼ਨਲ ਸਮਾਜ 'ਚ ਨਹੀਂ ਸੀ ਇੱਦਾਂ। ਹਾਂ, ਬਟ ਤੁਸੀਂ ਇਹ ਦੇਖੋ ਨਾ, ਅਗੇਨ ਲਾਈਕ ਆਈ ਸੇ ਕਿ ਹੌਲੀ ਹੌਲੀ ਹੋਇਆ ਕੀ ਹੈ ਵਿਦ ਦੀ ਐਜੂਕੇਸ਼ਨ, ਵਿਦ ਫਾਈਨੈਂਸ਼ੀਅਲ ਫਰੀਡਮ। ਹੁਣ ਉਹ ਗੇਮ ਜਿਹੜੀ 100% ਇੱਕ ਪਾਸੇ ਸੀਗੀ ਨਾ, ਹੁਣ ਉਹ ਹੌਲੀ ਹੌਲੀ ਦੂਜੇ ਪਾਸੇ ਵੀ ਗੇਮ ਵੱਧ ਰਹੀ ਹੈ। ਔਰ ਉਹਦੇ ਵਿੱਚ ਕੀ ਹੋ ਰਿਹਾ ਕਿ ਤੁਸੀਂ ਆਪਣਾ ਟੈਰੀਟਰੀ ਲੂਜ਼ ਕਰ ਰਹੇ ਹੋ। ਤੁਸੀਂ ਟੈਰੀਟਰੀ ਲੂਜ਼ ਕਰਕੇ ਇਸ ਕਰਕੇ ਤੁਸੀਂ ਵਿਚਾਰੇ ਬਣ ਰਹੇ। ਇਹ ਨਹੀਂ ਦੇਖ ਰਹੇ ਕਿ ਪਹਿਲੇ ਤੁਹਾਡੇ ਕੋਲ 100 ਸੀ ਅਤੇ ਅਗਲੇ ਕੋਲ 0 ਸੀ, ਹੁਣ ਅਗਲੇ ਕੋਲ ਵੀ 30-40% ਆ ਗਿਆ। ਅਤੇ ਉਹ ਜਿਹੜੀ ਐਂਡ ਲਾਈਕ ਆਈ ਸੈਡ, ਇਹੀ ਮੈਨੂੰ ਚੀਜ਼ ਨਾ, ਦੈਟ ਇਜ਼ ਦ ਪ੍ਰੋਬਲਮ ਆਈ ਹੈਵ ਵਿਦ ਦੀਜ਼ ਜੋਕਸ ਵੀ ਤੁਸੀਂ ਜਦੋਂ ਇੱਕ ਸਾਈਡ ਨੂੰ ਬਿਲਕੁਲ ਹੀ ਵਿਚਾਰਾ ਦਿਖਾਉਣਾ ਸ਼ੁਰੂ ਕਰ ਦਿੰਦੇ ਹੋ, ਦੈਟ ਇਜ਼ ਨਾਟ ਹੈਲਦੀ, ਬਿਕੋਜ਼ ਵਿਚਾਰਾ ਕੋਈ ਨਹੀਂ ਹੈ। ਜਿਹੜੀ ਕਾਮੇਡੀ ਹੈ ਉਹਦਾ ਕਿ ਵੀ ਸੁਭਾਅ ਹੁੰਦਾ ਹੈ, ਹਾਂਜੀ, ਜਿਹੜੇ ਕੈਰੀਕੇਚਰ ਅੱਗੇ ਆਪਾਂ ਬਣਾਉਂਦੇ ਹਾਂ, ਕਿ ਗੱਲ ਨੂੰ ਥੋੜ੍ਹਾ ਜਿਹਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਹਾਂ, ਆਈ ਵੁੱਡ ਐਗਰੀ। ਜੋਕਸ ਇਸ ਕਰਕੇ ਵੀ ਬਣਦੇ ਨੇ ਨਾ, ਜੋਕਸ ਦੀ ਇੱਕ ਟੈਕਨੀਕ ਜਾਂ ਸਟ੍ਰੈਟਜੀ ਵੀ ਇਹੀ ਹੈ ਕਿ ਜੋਕ ਤਾਂ ਹੀ ਜੋਕ ਬਣੇਗਾ ਜੇ ਉਹਦੇ 'ਚ ਗੱਲ ਨੂੰ ਥੋੜ੍ਹਾ ਜਿਹਾ ਵਧਾਇਆ ਜਾਏ। ਜਿਵੇਂ ਕਾਰਟੂਨ ਹੈ, ਕਾਰਟੂਨ ਇੱਦਾਂ ਹੀ ਹੁੰਦੇ ਨਾ ਕਿ ਬੰਦੇ ਦਾ ਨੱਕ ਬਹੁਤ ਲੰਬਾ ਜਿਹਾ, ਅਦਰਵਾਈਜ਼ ਤਾਂ ਉਹ ਕਾਰਟੂਨ ਨਹੀਂ ਬਣਦਾ। Agreed. What I am saying is, and I want to highlight this is ਕਿ ਜਿਹੜੀ ਐਗਜ਼ੈਜਰੇਸ਼ਨ ਹੈ ਨਾ, ਉਹਨੂੰ ਆਪਾਂ ਆਪਣੀ ਰੀਅਲ ਲਾਈਫ 'ਚ ਰਿਫਲੈਕਟ ਨਾ ਕਰੀਏ। ਹੈ ਨਾ ਵੀ ਐਗਜ਼ੈਜਰੇਸ਼ਨ ਹੈ, ਜੋਕ ਨੂੰ ਫਿਰ ਜੋਕ ਦੀ ਤਰ੍ਹਾਂ ਲਿਓ, ਫਿਰ ਉਹਨੂੰ ਇਹ ਨਾ, ਮਤਲਬ ਲੈਟਸ ਸੇ ਆਈ ਵਿਲ ਗਿਵ ਐਨ ਐਗਜ਼ਾਮਪਲ ਕਿ ਇੱਕ ਜੋਕ ਸੁਣ ਕੇ ਜਾਂ ਇਸ ਤਰ੍ਹਾਂ ਦੇ ਜੋਕ ਸੁਣ ਕੇ ਜਿਹੜੀ ਉਹ ਜਿਹਦੇ ਕੋਲ ਲੈਟਸ ਸੇ ਹਸਬੈਂਡ ਕੋਲ 50% ਪਾਵਰ ਸੀਗੀ, ਅਤੇ ਉਹਨੂੰ ਲੱਗੇ ਯਾਰ ਮੈਂ ਤਾਂ ਸੱਚੀ ਬਹੁਤ ਬੇਚਾਰਾ, ਔਰ ਉਹ ਕੰਪਲੈਕਸ 'ਚ ਜਾਣਾ ਸ਼ੁਰੂ ਕਰ ਦੇ। ਦੈਟ ਇਜ਼ ਵੇਅਰ ਥਿੰਗਸ ਸਟਾਰਟ ਗੈਟਿੰਗ ਯੂ ਨੋ, ਉੱਥੇ ਪ੍ਰੋਬਲਮ। ਥੋੜਾ ਫਿਰ ਅਵੇਅਰ ਰਹਿਣ ਦੀ ਵੀ ਲੋੜ ਹੈ ਕਿ ਜੋਕਸ ਨੇ, ਹਾਂ, ਉਹ ਹਰ ਕੋਈ ਰਿਐਲਿਟੀ ਨਹੀਂ ਹੈ। ਐਗਜ਼ੈਕਟਲੀ, ਹਰ ਚੀਜ਼ ਨੂੰ ਆਪਣੀ ਲਾਈਫ 'ਤੇ ਵੀ ਨਹੀਂ ਅਪਲਾਈ ਕਰਨਾ। ਸੋ ਉਸ ਟਾਈਮ 'ਤੇ ਉਹਦੇ 'ਤੇ ਹੱਸ ਕੇ ਔਰ ਵੀ ਕੈਨ ਲੈਟ ਇਟ ਗੋ। ਅਮਰਤ ਸੰਧੂ ਦਾ ਮੈਸੇਜ ਹੈ, ਇਹ ਕਹਿੰਦੇ ਜੀ ਡਰਾਈਵਿੰਗ ਬਾਰੇ ਕਹਿੰਦੇ ਬਿਲਕੁਲ ਸਹੀ ਗੱਲ ਕਹੀ ਸੀ ਜਿਹੜੀ ਤੁਸੀਂ ਸ਼ੁਰੂ 'ਚ ਕਹੀ ਸੀ, ਅਤੇ ਇਹ ਕਹਿੰਦੇ ਮੇਰੀ ਵਾਈਫ ਵੀ ਇੱਦਾਂ ਹੀ ਡਰਾਈਵ ਜਦੋਂ ਕਰਦੇ ਨੇ ਉਹਦੇ ਬਾਰੇ ਵੀ ਅਸੀਂ ਫਨ ਕਰਦੇ ਹਾਂ, ਬਹੁਤ ਮਜ਼ਾਕ ਕਰਦੇ ਹਾਂ, ਅਤੇ ਕਹਿੰਦੇ ਇਸ ਕਰਕੇ ਮੈਂ ਇਹ ਆਪਣੀ ਇੰਟਰਵਿਊ ਆਪਣੀ ਵਾਈਫ ਨੂੰ ਸੁਣਾਉਣੀ ਹੈ ਕਿ ਕਿਤੇ ਉਹਨਾਂ ਤੱਕ ਗੱਲ ਪਹੁੰਚ ਜਾਏ ਮੇਰੀ। ਨਹੀਂ, ਆਈ ਥਿੰਕ ਜਦੋਂ ਇਹੀ ਗੱਲ ਹੈ ਵੀ ਜਦੋਂ ਮਜ਼ਾਕ ਬਣਦਾ ਵੈ, ਸਮਟਾਈਮਸ ਦੇਰ ਇਜ਼ ਅ ਪ੍ਰੋਬਲਮ,
ਤੁਹਾਡੀ ਤਾਰੀਫ ਕੀਤੇ ਨੇ, ਅਮੋਲ ਕਬਾਲਾ ਨੇ ਤੁਹਾਡੀ ਬਹੁਤ ਤਾਰੀਫ ਕੀਤੀ ਹੈ। ਅੱਛਾ ਜੀ। ਕਹਿੰਦੇ ਜੀ ਕਿ ਵੈਰੀ ਇੰਟੈਲੀਜੈਂਟ ਐਂਡ ਇੰਟੈਲੈਕਚੁਅਲ ਪਰਸਨ। ਓ ਮਾਈ ਗॉड, ਮੈਂ ਕਹਿੰਦੀ ਆ ਫਿਰ ਐ ਮੈਂ ਮੇਰੇ ਹਸਬੈਂਡ ਨੂੰ ਸੁਣਾ ਦਿੰਦੀ ਹਾਂ। ਹਾਂਜੀ ਹਾਂ ਬਿਲਕੁਲ, ਇਹ ਜ਼ਰੂਰ ਸੁਣਾਉਣਾ ਉਹਨਾਂ ਨੂੰ। ਤੇ ਇਹ ਕੀ ਕਹਿੰਦੇ ਨੇ ਜੀ, ਅਸੀਂ ਤਾਂ ਜੀ 150% ਲਾਸ ਵਿੱਚ ਆ। ਤੁਸੀਂ ਤਾਂ ਥੋੜੇ ਦੱਸਿਆ ਨਾ, ਕਹਿੰਦਾ ਵੀ ਆਰ ਲਿਵਿੰਗ ਲਾਈਕ ਟੌਮ ਐਂਡ ਜੈਰੀ, ਆਈ ਐਮ ਦ ਜੈਰੀ। ਸੁਰਿੰਦਰ ਜੀ ਕਹਿੰਦੇ ਨੇ ਕਿ ਇਹ ਨੁਸਖਾ ਦੱਸ ਰਹੇ ਨੇ ਆਪਣਾ ਕਿ ਹਮੇਸ਼ਾ ਵਾਈਫ ਨੂੰ ਯੈਸ ਕਹੋ। ਅੱਛਾ, ਜ਼ਿੰਦਗੀ ਸੁਖਾਲੀ ਰਹਿੰਦੀ ਹੈ ਕਹਿੰਦੇ। ਨਹੀਂ, ਆਈ ਵਿਲ ਨਾਟ ਅਗਰੀ ਟੂ ਦੈਟ ਵੈਸੇ, ਪਰ ਚਲੋ ਜੀ ਉਹਨਾਂ ਦੀ ਜ਼ਿੰਦਗੀ ਸੌਖੀ ਲੰਘ ਰਹੀ ਹੈ ਤੇ ਠੀਕ ਹੈ। ਗੁਰਪ੍ਰੀਤ ਕਹਿ ਰਹੇ ਨੇ ਜੀ ਕਿ ਸਭ ਗੱਲਾਂ ਹੀ ਬਣੀਆਂ ਨੇ ਜੀ। ਕਹਿੰਦੇ ਬੰਦਾ ਜਿੰਨਾ ਮਰਜੀ ਸ਼ੇਰ ਬਣੀ ਜਾਏ, ਸ਼ੇਰ ਦੀ ਸਵਾਰੀ ਮਾਤਾ ਨਹੀਂ ਕਰਦੀ। ਇਹ ਗੱਲ ਵੀ ਸਹੀ ਹੈ, ਇਹ ਵੀ ਗੱਲ ਸਹੀ ਹੈ। ਦੀਪ ਕਹਿੰਦੇ ਨੇ ਜੀ ਪਹਿਲਾਂ ਬੰਦਾ ਕਹਿੰਦਾ ਮੇਰਾ ਵਿਆਹ ਹੋ ਗਿਆ, ਤੇ 6 ਮਹੀਨੇ ਬਾਅਦ ਕਹਿੰਦਾ ਮੇਰੇ ਕੋਲੋਂ ਆ ਕੀ ਹੋ ਗਿਆ। ਓਹੋ, ਹਨਾ, ਪਤਾ ਨਹੀਂ ਖਰੇ ਇਹ ਥੋੜੀ ਜਿਹੀ ਗੱਲ ਵਧਾ ਚੜਾ ਕੇ ਹੈ ਨਾ। ਅਗੇਨ ਜੋਕ ਹੈ ਨਾ, ਫਿਰ ਅਗੇਨ ਜੋਕ ਹੈ। ਸੋ ਜਿਹੜੀ ਤੁਸੀਂ ਗੱਲ ਕਹੀ ਸੀ ਅਮਿਤੇਸ਼ਵਰ, ਕਹਿੰਦੇ ਨੇ ਜਿਹੜੀ ਲੜਾਈ ਵਾਲੀ ਵੀ ਹਫ਼ਤੇ 'ਚ ਇੱਕ ਦਿਨ ਜ਼ਰੂਰ ਹੁੰਦੀ, ਸੈਟਰਡੇ ਸੰਡੇ। ਅਮਿਤੇਸ਼ਵਰ ਸਹਿਮਤ ਨੇ ਇਹਦੇ ਨਾਲ, ਤੇ ਬਾਕੀ ਹੋਰ ਵੀ ਕਈਆਂ ਦਾ, ਹਰਪ੍ਰੀਤ, ਆਥਰ ਤੇ ਉਮਰ, ਉਹਨਾਂ ਨੂੰ ਵੀ ਗੱਲ ਪਸੰਦ ਆ ਰਹੀ ਹੈ। ਸੁਖਵਿੰਦਰ ਤੇ ਅਮਰਤ ਕਹਿੰਦੇ ਨੇ ਜੀ ਅੱਜ ਪਤਾ ਲੱਗਾ ਕਿ ਬੰਦੇ ਵੀਕਐਂਡ ਤੇ ਵਰਕ ਕਿਉਂ ਕਰਦੇ ਆ। ਦੇਖੋ ਇਹ ਨਾ ਜਿਹੜੀ ਅੱਗੇ ਜੋਕਸ ਤੋਂ ਆਪਾਂ ਥੋੜਾ ਜਿਹਾ ਟੈਂਜੈਂਸ਼ੀਅਲ ਜਾ ਰਹੇ ਹਾਂ, ਪਰ ਜਿਹੜੀ ਇਹ ਹਸਬੈਂਡ ਵਾਈਫ ਦੀ ਲੜਾਈ ਹੈ ਨਾ, ਇਹਦੇ ਤੋਂ ਵੀ ਬਚਿਆ ਨਹੀਂ ਜਾ ਸਕਦਾ। ਇਹ ਵੀ ਹੁਣ ਮਤਲਬ ਸੱਚਾਈ ਹੈ ਜ਼ਿੰਦਗੀ ਦੀ, ਇਹ ਸੱਚਾਈ ਹੈ। ਤੁਸੀਂ ਦੇਖੋ ਅਗੇਨ ਤੁਸੀਂ ਇਕੁਅਲਸ ਹੋ, ਹੈ ਨਾ, ਤੁਸੀਂ ਅਕਾਊਂਟੇਬਲ ਠਹਿਰਾਉਂਦੇ ਹੋ ਇੱਕ ਦੂਸਰੇ ਨੂੰ। ਅਗੇਨ ਹੁਣ ਅੱਜ ਦੇ ਸਮਾਜ ਦੇ ਵਿੱਚ ਮੋਸਟ ਆਫ ਦਾ ਹਾਊਸ ਹੋਲਡਸ ਦੈਟ ਆਈ ਨੋ, ਵਿਚਾਰਾ ਤਾਂ ਕੋਈ ਹੈ ਨਹੀਂ, ਆਪਣੀ ਗੱਲ ਹਰ ਕਿਸੇ ਨੇ ਰੱਖਣੀ ਹੈ ਨਾ। ਤੇ ਕੋਈ ਇਹ ਹੋਏਗਾ ਵੀ ਸਾਹਮਣੇ ਗੱਲ ਕਹਿ ਕੇ ਉਸੇ ਵੇਲੇ ਖ਼ਤਮ ਕਰੇਗਾ, ਕੋਈ ਹਫ਼ਤਾ 2 ਹਫ਼ਤਾ ਮਹੀਨਾ ਵੀ ਦਬਾ ਕੇ ਰੱਖੇਗਾ, ਫਿਰ ਉਸ ਤੋਂ ਬਾਅਦ ਬਲਾਸਟ ਕਰੇਗਾ। ਪਰ ਇਹ ਹਸਬੈਂਡ ਵਾਈਫ ਦੀ ਲੜਾਈ ਜਿਹੜੀ ਰਿਲੇਸ਼ਨਸ਼ਿਪ 'ਚ ਨਾ, ਇਹ ਲੜਾਈ ਵੀ ਜ਼ਰੂਰੀ ਹੈ, ਮੈਨੂੰ ਲੱਗਦਾ ਜ਼ਰੂਰੀ ਹੈ। ਕਿਉਂਕਿ ਤੁਹਾਡੇ ਕਹਿਣ ਦਾ ਮਤਲਬ ਵੀ ਦੋ, ਹੁਣ ਤੁਸੀਂ ਚਾਹੇ ਬਹੁਤ ਥੋੜ੍ਹਾ ਜਿਹਾ ਗਲੋਰੀਫਾਈ ਕਰ ਲਓ, ਭਾਵੇਂ ਥੱਲੇ ਲੈ ਜਾਓ, ਚਾਹੇ 2 ਘੋੜੇ ਕਹਿ ਲਓ, ਚਾਹੇ 2 ਗਧੇ ਕਹਿ ਲਓ, 2 ਬੰਨੇ ਹੋਏ ਨੇ, ਹੈ ਨਾ। ਬਿਲਕੁਲ, ਥੋੜ੍ਹੀ ਤਾਂ ਖਿੱਚ ਤੂੰ ਹੋਏਗੀ, ਥੋੜ੍ਹੀ ਹੋਏਗੀ। ਤੁਸੀਂ ਦੇਖੋ ਈਵਨ ਆਪਾਂ ਆਪਣੀ ਗੱਡੀ ਜਿਹਦੀ 4 ਪਹੀਏ ਹੈ, ਉਹਦੀ ਵੀ ਥੋੜ੍ਹੀ ਦੇਰ ਬਾਅਦ ਵੀਲ ਅਲਾਈਨਮੈਂਟ ਕਰਾਈ ਦੀ ਹੈ ਨਾ। ਤੇ ਇਹ ਜਿਹੜੀ ਲੜਾਈ ਹੈ ਵੀਲ ਅਲਾਈਨਮੈਂਟ ਹੀ ਹੈਗੀ ਆ ਮੇਰੇ ਹਿਸਾਬ ਨਾਲ। ਤੇ ਕਿਉਂਕਿ ਗੁੱਸੇ ਗਿਲੇ, ਹੁਣ ਦੇਖੋ ਤੁਹਾਡੇ ਬੱਚੇ ਬੈਠੇ ਆ, ਤੁਹਾਨੂੰ ਅਗਲੇ ਦੀ ਇੱਕ ਗੱਲ ਨਹੀਂ ਪਸੰਦ ਆ ਰਹੀ, ਤੁਸੀਂ ਕਿੰਨਾ ਬੱਚਿਆਂ ਦੇ ਸਾਹਮਣੇ ਲੜ ਲੋਗੇ। ਫਿਰ ਯੂ ਹੈਵ ਟੂ ਹੈਵ ਕਿ ਚਲੋ ਹੁਣ ਕੋਈ, ਹਾਂ, ਸਾਰੀ ਗੱਲ ਜੇ ਆਪਾਂ ਇਹ 'ਚੋਂ ਸਿਆਣੀ ਗੱਲ ਕੋਈ ਕੱਢਣੀ ਹੋਵੇ ਕਿ ਇਹ ਲੜਾਈਆਂ ਤੇ ਹੋਣਗੀਆਂ, ਹਾਂਜੀ, ਹੈ ਨਾ, ਜੋਕਸ ਵੀ ਹੋਣਗੇ। ਤੇ ਬਿਹਤਰ ਇਹੀ ਹੈ ਕਿ ਹਰੇਕ ਬੰਦਾ ਇਹ ਲਰਨ ਕਰ ਲਵੇ ਕਿ ਇਹਨਾਂ ਲੜਾਈਆਂ 'ਚੋਂ ਕਿਵੇਂ ਨਿਕਲਣਾ, ਹਾਂਜੀ, ਹਾਸੇ ਮਜ਼ਾਕ 'ਚ, ਬਿਲਕੁਲ, ਤੇ ਕਿਵੇਂ ਇਹਨਾਂ ਨੂੰ ਬਹੁਤਾ ਡੈਮੇਜ ਨਹੀਂ ਕਰਨ ਦੇਣਾ। ਰਾਈਟ। ਔਰ ਮੈਂ ਨਾ ਤੁਹਾਨੂੰ ਜਾਂਦੇ ਕਿ ਇਟ ਹੈਜ਼ ਟੂ ਬੀ ਇਹ ਰਿਲੇਸ਼ਨਸ਼ਿਪ 'ਚ ਇੰਨੀ ਜ਼ਿਆਦਾ ਆਪਾਂ ਚੀਜ਼ਾਂ ਹੈਂਡਲ ਕਰਦੇ ਹਾਂ ਨਾ ਕਿ ਥੋੜ੍ਹਾ ਜਿਹਾ ਕੈਜੂਅਲ ਹੋਣਾ ਇਸ ਰਿਲੇਸ਼ਨਸ਼ਿਪ 'ਚ ਬੜਾ ਜ਼ਰੂਰੀ ਹੈ। ਹੁਣ ਕਿਸੇ ਨੇ ਦੇਖੋ ਜੀ ਸੁਣਾਏ ਨਹੀਂ ਹਸਬੈਂਡ ਤੇ ਜੋਕ, ਫਿਰ ਜੋਕ ਹੁਣ ਮੈਨੂੰ ਹੀ ਸੁਣਾਉਣਾ ਪੈਣਾ ਹੈ। ਤੁਸੀਂ ਸੁਣਾਓ, ਇਸੇ ਕਰਕੇ ਤੁਹਾਨੂੰ ਬੁਲਾਇਆ। ਹਾਂਜੀ, ਸੋ ਵੈਸੇ ਦੇਖੋ ਸ਼ਮੀਲ ਜੀ, ਲੋਕੀ ਜੋਕ ਸੁਣਾਉਣ ਲੈਂਦੇ ਪੈਸੇ, ਕੋਈ ਨਹੀਂ, ਹੈ ਨਾ। ਤੇ ਬਟ ਐਨੀਵੇਜ਼ ਕਮਿੰਗ ਬੈਕ ਟੂ ਦੈਟ, ਹਸਬੈਂਡ ਜਾ ਰਿਹਾ ਘਰੋਂ ਨਿਕਲਦਾ ਪਿਆ ਤੇ ਉਹਦੀ ਵਾਈਫ ਉਹਨੂੰ ਟੋਕਦੀ ਪੁੱਛਦੇ ਵੀ ਤੁਸੀਂ ਕਿੱਥੇ ਚੱਲੇ ਹੋ, ਤੇ ਕਹਿੰਦਾ ਮੈਂ ਚੱਲਾਂ ਮਰਨ। ਤੇ ਉਹ ਕਹਿੰਦੀ ਚਲੋ ਤੁਸੀਂ ਕੰਮ ਕਰੋ, ਲੈ ਜਾਓ ਝੋਲਾ, ਲੈ ਜਾਓ ਨਾਲ। ਤੇ ਉਹ ਕਹਿੰਦਾ ਇਹ ਕੀ ਕਰਨਾ ਹੈ, ਕਹਿੰਦਾ ਜੇ ਇਰਾਦਾ ਬਦਲ ਗਿਆ ਤੇ ਵਾਪਸੀ ਤੇ ਸਬਜ਼ੀ ਲੈ ਆਓ। ਸੋ ਕੀ ਪਤਾ ਵੀ ਨਾ ਮਰਨਾ ਹੈ ਨਾ ਕੁਛ ਹੋਣਾ ਹੈ, ਹਾਂ, ਇਹ ਸਭ ਧਮਕੀਆਂ ਹੈ ਤੇ ਲਾਈਫ ਆਪਾਂ ਚਲਾਉਣੀ ਹੈ। ਸੋ ਯੂ ਹੈਵ ਟੂ ਬੀ ਕੈਜੂਅਲ। ਹੁਣ ਇਹੀ ਚੀਜ਼ ਨੂੰ ਤੁਸੀਂ ਸੀਰੀਅਸਲੀ ਲੈ, ਅੱਛਾ ਤੁਸੀਂ ਕੀ ਹੋ ਗਿਆ, ਐਂਡ ਦੈਟ ਬਿਕਮਸ ਅ ਡਿਫਰੈਂਟ, ਬਹੁਤ ਵਧੀਆ ਗੱਲ ਤੁਹਾਡੀ, ਡਿਫਰੈਂਟ ਡਿਸਕਸ਼ਨ, ਬਹੁਤ ਵਧੀਆ ਗੱਲ ਹੈ। ਕੁਛ ਮੈਸੇਜ ਜਾਣ ਤੋਂ ਪਹਿਲਾਂ ਹੋਰ ਦੇਖ ਲਈਏ। ਤੇ ਮੁਸਾਫਰ ਇਹਨਾਂ ਦਾ ਵੀ ਮੈਸੇਜ ਹੈ ਕਿ ਕਈ ਪਾਰਟਨਰ ਐਂ ਸੋਚਦੇ ਆ ਕਿ ਮੇਰੀ ਕਮੀ, ਅੱਛਾ ਨਹੀਂ, ਮੈਨੂੰ ਅਜੇ ਥੋੜ੍ਹਾ ਸਮਝਣ 'ਚ ਦਿੱਕਤ ਆ ਗਈ। ਦਵਿੰਦਰ ਬਰਾੜ ਤੇ ਅੱਛਾ, ਉਹਨਾਂ ਨੇ ਜੋਕ ਨੂੰ ਐਡ ਕੀਤਾ ਜਿਹੜਾ ਨਾਗਣ ਵਾਲਾ ਸੀ, ਕਿ ਵਾਈਫ ਸੁੱਤੀ ਪਈ ਹੁੰਦੀ ਹੈ ਤੇ ਨਾਗਣ ਉਹਦੇ ਪੈਰਾਂ ਕੋਲ ਬੈਠੀ ਹੈ ਤੇ ਹਸਬੈਂਡ ਕਹਿੰਦਾ ਡੰਗ ਲੈ
नागन बोली कि मैं खुद अपनी जहर रीफिल करना ही है। अच्छा, ते अगे जतिंदर वर्मा इन्हों ने भी कुछ भेजा अपने। डॉक्टर पूछता है कि आपके 3 दांत कैसे टूट गए? तो मरीज बोलिया पत्नी ने कड़क रोटी बनाई थी। अच्छा। डॉक्टर बोले तो खाने से इनकार कर देते। कहना जी वही तो क्या था। हरप्रीत, अंशुल ते सुखनप्रीत ਤੇ ਸੁਖਨਪ੍ਰੀਤ ਕਹਿੰਦੇ ਜੀ ਤੁਹਾਨੂੰ ਰੈਡ FM ਤੇ ਆਰਜੇ ਰੱਖ ਲਓ। ਅੱਛਾ ਜੀ, ਤੁਹਾਡੀ ਸਿਫਾਰਿਸ਼ ਆਈ ਹੈ। ਅੱਛਾ ਅੱਛਾ, ਕੋਈ ਗੱਲ ਨਹੀਂ ਕਰਦੇ ਸਰ, ਉਹਦੇ ਬਾਰੇ ਵੀ ਗੱਲ ਕਰਦੇ ਆ ਕਿਸੇ ਦਿਨ। ਜਸਵਿੰਦਰ JS ਧਾਲੀਵਾਲ ਤੇ ਹਰਜੋਤ, ਇੰਦਰਜੀਤ, ਗੁਰਪ੍ਰੀਤ, ਮਨਜਿੰਦਰ ਤੇ ਉਮੇਰ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜੀ ਸ਼ੁਕਰੀਆ ਜੀ। ਹੁਣ ਪਰ ਅਸੀਂ ਹੋਰ ਜ਼ਿਆਦਾ ਲੰਬੀ ਗੱਲ ਨਹੀਂ ਕਰ ਸਕਦੇ ਤੇ ਚੇਤਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸ਼ਮੀਲ ਜੀ। ਤੁਸੀਂ ਉਮੀਦ ਹੈ ਤੁਹਾਡੀ ਗੱਲਬਾਤ ਕੀਤੀ ਤਾਂ ਆਪਾਂ ਮਜ਼ਾਕ 'ਚ ਹੈ, ਪਰ ਇਸ ਮਜ਼ਾਕ ਦੇ ਵਿੱਚ ਵੀ ਆਪਾਂ ਵੀ ਸੀਰੀਅਸ ਗੱਲ ਹੀ ਕੀਤੀ ਹੈ। ਹਾਂਜੀ ਹਾਂਜੀ ਹਾਂਜੀ, ਜਿਵੇਂ ਜੋਕਸ ਕੋਈ ਸੀਰੀਅਸ ਗੱਲ ਕਹਿਣ ਲਈ ਹੁੰਦੇ ਨੇ। ਹਾਂਜੀ, ਤੇ ਇਹਦਾ ਮਕਸਦ ਇਹ ਹੈ ਕਿ ਵੀ ਇਹ ਜਿਹੜੇ ਲੜਾਈ ਝਗੜੇ ਤਾਂ ਹੁੰਦੇ ਰਹਿਣੇ ਆ, ਬਿਲਕੁਲ, ਪਰ ਇਹਨਾਂ ਨਾਲ ਡੀਲ ਕਰਨਾ ਜੇ ਸਿੱਖ ਲਈਏ ਤੇ ਜ਼ਿੰਦਗੀ ਸੁਖਾਲੀ ਲੰਘ ਸਕਦੀ। ਬਿਲਕੁਲ ਬਿਲकुल, ਔਰ ਵੀਕਐਂਡ ਤੇ ਲੜਾਈ ਨਾ ਕਰੀਏ, ਕੋਸ਼ਿਸ਼ ਕਰੀਏ ਨਾ ਕਰੀਏ। ਬਹੁਤ ਸ਼ੁਕਰੀਆ, ਥੈਂਕ ਯੂ।